ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਸ਼੍ਰੀ ਨਾਨਕ ਪਦ ਪੰਕਜ ਬੰਦਨ ਪਦ ਪੰਕਜ ਬੰਦਨ ਸਿਮਰੋ ਅੰਗਦ ਦੋਖ ਨਿਕੰਦਨ ਅਮਰਦਾਸ ਗੁਰ ਹਿਰਦੇ ਧਿਆਵਾ ਹਿਰਦੇ ਧਿਆਵਾ ਸ਼੍ਰੀ ਗੁਰ ਰਾਮਦਾਸ ਗੁਣ ਗਾਵਾ ਸ਼੍ਰੀ ਅਰਜਨ ਬਿਘਨ ਨ ਕੇ ਨਾਸ਼ਕ ਬਿਘਨ ਨ ਕੇ ਨਾਸ਼ਕ ਹਰ ਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ ਸ਼੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਕਰ ਜੋਰੀ ਗੁਰ ਹਰਿ ਕ੍ਰਿਸ਼ਨ ਮਨਾਏ ਬਹੋਰੀ ਤੇਗ ਬਹਾਦਰ ਪਰਮ ਕਿਰਪਾਲ ਪਰਮ ਕਿਰਪਾਲ ਸ਼੍ਰੀ ਗੁਰ ਗੋਬਿੰਦ ਸਿੰਘ ਬਿਸਲਾ ਤਰੋਂ ਤਰਾ ਪਰ ਪੁਨ ਪੁਨ ਸੀਸਾ ਪੁਨ ਪੁਨ ਸੀਸਾ ਬੰਦੋਂ ਬਾਰ ਬਾਰ ਜਗਦੀਸ਼ਾ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਿਕ ਭਗਤ ਵਿਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ ਸ਼੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿਨ ਸੰਤਨ ਕਾ ਬੰਦਨਾ ਸਿਰ ਚਰਨਨ ਪਰ ਤਾਰ ਤਿਨ ਸੰਤਨ ਕਾ ਬੰਦਨਾ ਸਿਰ ਚਰਨਨ ਪਰ ਤਾਰ ਸਤਨਾਮ ਵਾਹਿਗੁਰੂ ਸਾਹਿਬ ਜੀਓ ਦੋਹਰਾ ਕਿਤਕ ਕਾਲ ਮਹਿ ਪਾਲਕਾ
ਬੈਠਿਓ ਬਿਤਿਓ ਸੋ ਥਾਨ, ਤਿਸ ਚੰਡਾਲ ਕਾ ਪੁੱਤਰ ਇੱਕ, ਨਿਰਪ ਕੋ ਦੇਖਿਓ ਆਨ। ਕਿਤਕ ਕਾਲ ਮਹਿ ਪਾਲਕਾ, ਬੈਠਿਓ ਬਿਤਿਓ ਸੋ ਥਾਨ, ਤਿਸ ਚੰਡਾਲ ਕਾ ਪੁੱਤਰ ਇੱਕ, ਨਿਰਪ ਕੋ ਦੇਖਿਓ ਆਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਜ਼ਰਾ ਹਜੂਰ ਜਹਰਾ ਜਹੂਰ ਦੀਨਾ ਬੰਧੂ, ਭਗਤ ਵਛਲ ਗੁਰੂ ਗਰੀਬ ਨਿਵਾਜ, 10 ਪਾਤਸ਼ਾਹੀਓਂ ਜੀ ਕੇ ਪਾਵਨ ਪਵਿੱਤਰ ਸਰੂਪ, ਸ਼ਬਦਾ ਅਵਤਾਰ ਕਰੁਣਾ ਨਿਧਾਨ। ਧੰਨ ਧੰਨ ਸਾਹਿਬ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਸਤਿਗੁਰਾਂ ਦੇ ਸੰਧਿਆ ਸਮੇਂ ਦੇ ਸਜ ਰਹੇ ਦੀਵਾਨ ਅੰਦਰ, ਹਾਜ਼ਰੀਆਂ ਭਰ ਰਹੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ। ਹਜ਼ੂਰ ਦੇ ਖੁੱਲ੍ਹੇ ਦਰਸ਼ਨ ਦੀਦਾਰ ਕਰਦਿਆਂ ਹੋਇਆਂ ਆਪਾਂ ਆਪਣਿਆਂ ਨੇਤਰਾਂ ਨੂੰ ਸਫਲਿਆਂ ਬਣਾਇਆ ਹੈ। ਪਾਵਨ ਪਵਿੱਤਰ ਸਤ ਸੰਗਤ ਦੀਆਂ ਦੁਰਲੱਭ ਘੜੀਆਂ ਦਾ ਆਨੰਦ ਆਪ ਜੀ ਨਿਤਾ ਪ੍ਰਤੀ ਮਾਣਦੇ ਹੋ। ਖੁਸ਼ ਬਵੱਧ ਉਮਰ ਕੇ ਦਰ ਯਾਦ ਬੇਗੁਜ਼ਰਦ, ਵਰਨਹ ਚ ਹਾਸਲ ਅਸਤਾ ਜੀ ਗੁੰਬਦੇ ਕਬੂਦ ਮਰਾ। ਸਤਿਗੁਰਾਂ ਦੀ ਪਾਵਨ ਪਵਿੱਤਰ ਯਾਦ ਅੰਦਰ ਜਿੰਨਾ ਸਮਾਂ ਬਤੀਤ ਹੋ ਜਾਵੇ ਉਨਾ ਥੋੜ੍ਹਾ ਹੈ। ਸੱਚੇ ਪਾਤਸ਼ਾਹ ਮਹਾਰਾਜ ਦੇ ਦਰ ਘਰ ਦੀ ਸੋਭਾ ਵਡਿਆਈ ਆਪਾਂ ਲੰਮੇਰੇ ਸਮੇਂ ਤੋਂ ਸ਼ਰਵਣ ਕਰ ਰਹੇ ਹਾਂ। ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਸੱਚੇ ਸਤਿਗੁਰਾਂ ਦੇ ਦਰ ਘਰ ਦਾ ਪਾਵਨ ਪਵਿੱਤਰ ਪ੍ਰਸੰਗ ਜਥਾ ਪਿਛਲੇ ਦੀਵਾਨ ਵਿੱਚ ਆਪਾਂ ਸੁਣਿਆ ਵਿਚਾਰਿਆ ਹੈ। ਭਾਈ ਕਲਿਆਣਾ ਜੀ ਜੋ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਤੇ ਅਥਾਹ ਸ਼ਰਧਾ ਤੇ ਭਰੋਸਾ ਰੱਖਣ ਵਾਲੇ ਸਿੱਖ ਹਨ। ਇਹਨਾਂ ਦਾ ਪ੍ਰੇਰਿਆ ਹੋਇਆ ਮੰਡੀ ਸ਼ਹਿਰ ਦਾ ਰਾਜਾ ਪਹਾੜੀਆ ਆਪਣੇ ਪਰਿਵਾਰ, ਰਾਣੀਆਂ, ਫੌਜਾਂ, ਸਾਜੋ ਸਮਾਨ ਦੇ ਸਮੇਤ ਲਾਮ ਲਸ਼ਕਰ ਲੈ ਕੇ ਅੰਮ੍ਰਿਤਸਰ ਸਾਹਿਬ ਸਤਿਗੁਰਾਂ ਦੇ ਦਰਸ਼ਨ ਦੀਦਾਰ ਕਰਨ ਵਾਸਤੇ ਪਹੁੰਚਿਆ। ਨਗਰ ਦੇ ਬਾਰ-ਬਾਰ ਰਾਜੇ ਦੀ ਬਹੁਤੀ ਫੌਜ ਹੋਣ ਕਰਕੇ ਨਾ ਆਪਣੇ ਤੰਬੂ ਲਾ ਡੇਰਾ ਪਾਇਆ। ਰਾਤ ਬਤੀਤ ਕਰਨ ਤੋਂ ਬਾਅਦ ਅਗਲੇ ਦਿਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਦਰਸ਼ਨਾਂ ਵਾਸਤੇ ਬੇਅੰਤ ਭੇਟਾਵਾਂ ਲੈ ਲੈ ਕੇ ਰਾਜਾ ਔਰ ਰਾਜੇ ਦੀ ਸੈਨਾ ਸਤਿਗੁਰਾਂ ਦੇ ਦਰਸ਼ਨ ਕਰਨ ਵਾਸਤੇ ਪਹੁੰਚੇ। ਔਰ ਜਾਂਦਿਆਂ ਨੂੰ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਦੇ ਅਜੇ ਦਰਸ਼ਨ ਕੀਤੇ ਹੀ ਹੈ, ਨਮਸਕਾਰ ਕੀਤੀ ਸੰਗਤ ਵਿੱਚ ਰਾਜਾ ਬੈਠਾ ਹੈ। ਹਜ਼ੂਰ ਦੇ ਹੱਥ ਵਿੱਚ ਦੱਖਣੀ ਓਂਕਾਰ ਸਾਹਿਬ ਦੀ ਪਾਵਨ ਬਾਣੀ ਦੀ ਪੋਥੀ ਸੱਚੇ ਪਾਤਸ਼ਾਹ ਜੀ ਪੜ੍ਹ ਰਹੇ ਹੈ। ਔਰ ਗੁਰੂ ਗਰੀਬ ਨਿਵਾਜ ਸਤਿਗੁਰਾਂ ਨੇ ਮੁਖੋਂ ਇਹ ਪੰਕਤੀਆਂ ਉਸ ਸਮੇਂ ਸਤਿਗੁਰੂ ਜੀ ਕਉ ਉਚਾਰ ਰਹੇ ਸਨ। ਸੱਚੇ ਪਾਤਸ਼ਾਹ ਦੀਨਾ ਬੰਧੂ, ਲੇਖ ਨਾ ਮਿਟਾਈ ਹੈ ਸਖੀ ਜੋ ਲਿਖਿਆ ਕਰਤਾਰ। ਇਹ ਪਾਵਨ ਪਵਿੱਤਰ ਸ਼ਬਦ ਸੱਚੇ ਪਾਤਸ਼ਾਹ ਜੀ ਆਪੇ ਕਾਰਨ ਜਿਨ ਕੀਆ, ਕਰ ਕਿਰਪਾ ਭਗਤਾਰ ਕਰਤੇ ਹੱਥ ਵਡਿਆਈਆ, ਬੂਝਹੁ ਗੁਰ ਵਿਚਾਰ। ਲਿਖਿਆ ਫੇਰ ਨਾ ਸਕੀਐ ਜੋ ਭਾਵੀ ਤਿਉ ਸਾਰ, ਨਦਰ ਤੇਰੀ ਸੁਖ ਪਾਇਆ ਨਾਨਕ ਸ਼ਬਦ ਵਿਚਾਰ। ਇਹ ਪਾਵਨ ਪਵਿੱਤਰ ਬਚਨ ਸਤਿਗੁਰਾਂ ਨੇ ਉਚਾਰਿਆ। ਜਾਂ ਕਹੋ ਇਹਦੀ ਮਹਾਰਾਜ ਜੀ ਖੁੱਲ੍ਹੇ ਰੂਪ ਵਿੱਚ ਅਰਥਾਂ ਸਮੇਤ ਸੰਗਤ ਨੂੰ ਕਥਾ ਸੁਣਾ ਰਹੇ ਹੈ।
ਰਾਜੇ ਮੰਡੀ ਵਾਲਾ ਸੁਣ ਕੇ ਤੇ ਮਨ ਵਿੱਚ ਸ਼ੰਕਾ ਕਰਦਾ ਹੈ ਵੀ ਜੋ ਪ੍ਰਭੂ ਪਰਮੇਸ਼ਰ ਕਰਦਾ ਹੈ ਉਹੀ ਹੁੰਦਾ ਹੈ। ਜੇ ਲੇਖਾਂ ਦਾ ਪ੍ਰਭੂ ਦਾ ਲਿਖਿਆ ਹੋਇਆ ਮਿਟ ਨਹੀਂ ਸਕਦਾ, ਫਿਰ ਮੈਨੂੰ ਇਹਨਾਂ ਦੇ ਦਰਸ਼ਨ ਕਰਨ ਦਾ ਫਲ ਕੀ ਹੋਇਆ। ਇਹ ਮਨ ਵਿੱਚ ਸ਼ੰਕਾ ਰੱਖ ਕੇ ਸਤਿਗੁਰਾਂ ਦੇ ਅੱਗੇ ਹੱਥ ਜੋੜ ਕੇ ਖਲਾ ਹੋਇਆ। ਹਜ਼ੂਰ ਨੂੰ ਬੇਨਤੀ ਕੀਤੀ, ਸੱਚੇ ਪਾਤਸ਼ਾਹ ਜੀ, ਮਹਾਰਾਜ ਜੀ ਆਪ ਜੀ ਜਿਵੇਂ ਫਰਮਾਇਆ ਹੈ ਕਿ ਲੇਖਾਂ ਦਾ ਲਿਖਿਆ ਹੋਇਆ ਮਿਟ ਨਹੀਂ ਸਕਦਾ, ਫਿਰ ਮਹਾਰਾਜ ਤੁਹਾਡੇ ਦਰਸ਼ਨ ਦਾ ਤੇ ਗੁਰੂ ਦੀ ਸੰਗਤ ਦਾ, ਗੁਰੂ ਦੇ ਸਿੱਖ ਬਣਨ ਦਾ ਕੀ ਫਲ ਹੋਇਆ। ਸੱਚੇ ਪਾਤਸ਼ਾਹ ਜੀਆਂ ਫਿਰ ਸਮਝਾਇਆ ਵਾਰਤਕ ਰੂਪ ਅੰਦਰ ਕਿ ਰਾਜਨ, ਪਰਮੇਸ਼ਰ ਦਾ ਲਿਖਿਆ ਹੋਇਆ ਮਿਟਦਾ ਨਹੀਂ, ਪਰ ਗੁਰੂ ਸਮਰੱਥ ਹੁੰਦਾ ਹੈ। ਪੂਰਾ ਗੁਰੂ ਚਾਹੇ ਉਹ ਮੇਟ ਭਾਵੇਂ ਨਹੀਂ ਸਕਦਾ, ਪਰ ਉਹ ਬਦਲ ਸਕਦਾ ਹੈ, ਦੁੱਖ ਨੂੰ ਸੁੱਖ ਵਿੱਚ ਤਬਦੀਲ ਕਰ ਦਿੰਦਾ। ਭਾਵ ਪ੍ਰਾਣੀ ਉਹ ਕਰਮ ਵੀ ਭੋਗ ਜਾਂਦਾ ਹੈ ਤੇ ਤਤੀ ਵਾਹ ਵੀ ਨਹੀਂ ਲੱਗਦੀ। ਇਹ ਕਹਿੰਦਾ ਨਹੀਂ ਮਹਾਰਾਜ, ਦੋ ਕੰਮ ਕਿਵੇਂ ਹੋ ਸਕਦੇ ਆ ਵੀ ਲੇਖ ਵੀ ਨਾ ਮਿਟੇ ਤੇ ਉਹ ਲੇਖ ਦਾ ਲਿਖਿਆ ਹੋਇਆ ਕਰਮ ਵੀ ਭੋਗਿਆ ਜਾਵੇ, ਉਹ ਵੀ ਦੁੱਖ ਸੁੱਖ ਵਿੱਚ ਬਦਲ ਜਾਵੇ। ਇਹ ਗੱਲ ਮਹਾਰਾਜ ਮੇਰੇ ਪੱਲੇ ਨਹੀਂ ਪਈ। ਸੱਚੇ ਪਾਤਸ਼ਾਹ ਜੀ ਕਹਿੰਦੇ 3 ਕੁ ਦਿਨ ਰਾਜਨ ਰਹਿ ਇੱਥੇ, ਤੇ ਸ਼ੰਕਾ ਤੇਰਾ ਸਮਾਂ ਆਉਣ ਤੇ ਆਪੇ ਹੀ ਅਸੀਂ ਨਿਵਰਤ ਕਰਾਂਗੇ। ਮਨ ਦਾ ਸ਼ੰਕੇ ਦੀ ਨਿਵਰਤੀ ਵਾਸਤੇ 3 ਦਿਨ ਰਾਜਾ ਇੱਥੇ ਰਹਿਣ ਵਾਸਤੇ ਮੰਨਿਆ। ਜਦੋਂ ਇਹ ਜਾ ਕਰਕੇ ਆਪਣੇ ਉਹ ਸ਼ਮਿਆਨੇ ਤੰਬੂ ਵਿੱਚ ਬਰਾਜਿਆ, 2 ਪਹਿਰ ਰਾਤ ਬਤੀਤ ਹੋਣ ਤੇ ਇਹਨੂੰ ਸੁਪਨਾ ਆਇਆ ਕਿ ਇਹ ਰਾਜ ਭੋਗਦਾ ਹੀ ਬੁੱਢਾ ਹੋ ਗਿਆ, ਤੇ ਬੁੱਢਾ ਹੋ ਕਰਕੇ ਇਹਦਾ ਰਾਜ ਵੀ ਉਹਨੇ ਸਮੇਂ ਨੂੰ ਬਹੁਤ ਵਧਿਆ। ਅੱਗੇ ਦੇ ਕਾਫੀ ਜਿਹੜੇ ਸੈਨਾ ਵਧੀ ਹੈ, ਰਾਜ ਭਾਗ ਬਹੁਤ ਵੱਡਾ ਹੋ ਗਿਆ, ਤੇ ਬਜ਼ੁਰਗ ਹੋ ਕੇ ਉਮਰ ਭੋਗ ਕੇ ਚੜ੍ਹਾਈ ਕਰ ਜਾਂਦਾ ਹੈ ਸੁਪਨੇ ਦੇ ਵਿੱਚ ਹੀ। ਤੇ ਅੱਗੇ ਫਿਰ ਚੰਡਾਲਾਂ ਦੇ ਘਰ, ਜਿਹਨੂੰ ਨੀਚ ਜਾਤ ਕਹਿੰਦੇ ਆ ਇਹ ਸਨਾਤਨ ਮਤ ਅੰਦਰ, ਉਹਨਾਂ ਦੇ ਘਰ ਇਹ ਜਨਮ ਲੈਂਦਾ ਹੈ, ਜਿਹੜੇ ਕੋ ਕਬਰ ਆਦਿਕ ਪੁੱਟਦੇ ਆ। ਇਹਨਾਂ ਦੇ ਘਰ ਜਨਮ ਜੰਮਿਆ, ਇਹ ਵੇਖੀ ਜਾਂਦਾ ਰਾਜਾ ਸੁਪਨੇ 'ਚ ਸਾਰਾ ਕੁਝ ਹੀ। ਜੰਮਿਆ, ਖਾਧਾ ਪੀਤਾ ਇਸ ਘਰੋਂ, ਪਲਿਆ ਪੋਸਿਆ ਤੇ ਵੱਡਾ ਹੋਇਆ, ਨਾ ਵਿਵਾਹ ਕੀਤਾ, ਵਿਆਹ ਵੀ ਹੋ ਗਿਆ, ਬੱਚੇ ਹੋ ਗਏ, ਧੀਆਂ ਪੁੱਤਰ ਹੋਏ, ਸਮਾਂ ਲੰਘਦਾ ਗਿਆ ਹੈ। ਅੱਗੇ ਪੋਤਰੇ ਵੀ ਹੋਏ ਹੈ, ਪੋਤਰੀਆਂ ਪੋਤਰਿਆਂ ਦੇ ਵਿਵਾਹ ਕੀਤੇ, ਤੋਂ ਬਹੁਤ ਉਮਰ ਇਸ ਜਨਮ ਵਿੱਚ ਵੀ ਭੋਗ ਲਈ। ਕਾਫੀ ਜਿਹੜਾ ਉਹ ਬਜ਼ੁਰਗ ਹੋ ਚੁੱਕਾ ਹੈ ਰਾਜਾ, ਤੇ ਇਸ ਜਨਮ ਦੇ ਵਿੱਚ ਫਿਰ ਚੜ੍ਹਾਈ ਕਰ ਜਾਂਦਾ ਹੈ। ਪੁੱਟ ਕੇ ਕਬਰ ਉਹ ਦੱਬ ਦਿੰਦੇ ਹੈ। ਉਹਨੇ ਨੂੰ ਇਹ ਰਾਜੇ ਦੀ ਅੱਖ ਖੁੱਲ੍ਹੀ ਤੇ ਵੇਖਿਆ ਵੀ ਮੈਂ ਤਾਂ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਪਿਆ ਹੋਇਆ। ਮਨ ਵਿੱਚ ਹੈਰਾਨ ਹੁੰਦਾ ਵੀ ਸਾਰੀ ਉਮਰ ਮੈਨੂੰ ਕਦੇ ਇਹੋ ਜਿਹਾ ਸੁਪਨਾ ਨਹੀਂ ਆਇਆ ਜਿਹੜਾ ਅੱਜ ਆਇਆ, ਵੀ 2 ਜਨਮ ਸਾਰੇ ਹੀ ਜਿਵੇਂ ਸੱਚੀ ਭੋਗੀ ਦੇ ਆ ਰਹਿੰਦਾ, ਅੱਧਾ ਇਹ ਵੀ ਅਗਲਾ, ਤੇ ਉਸ ਤੋਂ ਅੱਗੇ ਜਿਹੜਾ ਉਹ ਵੀ। ਤੋ ਸੱਚੇ ਪਾਤਸ਼ਾਹ ਮਹਾਰਾਜ ਜੀ ਉਹਨੇ ਨੂੰ ਸੁਨੇਹਾ ਭੇਜ ਦਿੱਤਾ ਭਾਈ ਕਲਿਆਣਾ ਜੀ ਦੇ ਹੱਥ ਕਿ ਜਾਓ ਰਾਜੇ ਨੂੰ ਬੁਲਾ ਕੇ ਲਿਆਓ, ਉਹਨੂੰ ਆਖੋ ਵੀ ਸ਼ਿਕਾਰ ਖੇਡਣ ਜਾਣਾ ਤੇ ਚੱਲ ਆਪਾਂ ਉਜਾੜ ਨੂੰ ਚੱਲਦੇ, ਅਸੀਂ ਵੀ ਤੇਰਾ ਕੌਤਕ ਵੇਖੀਏ, ਅਸੀਂ ਸੈਰ ਕਰ ਆਵਾਂਗੇ। ਸਤਿਗੁਰਾਂ ਦੇ ਨਾਲ ਫੌਜਾਂ ਸਮੇਤ ਰਾਜਾ ਸ਼ਿਕਾਰ ਖੇਡਣ ਨੂੰ ਤੁਰਿਆ। ਸਤਿਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਵੀ ਘੋੜੇ ਤੇ ਅਸਵਾਰ ਹੈ। ਸ਼ਿਕਾਰ ਖੇਡਦਿਆਂ ਕੋਈ ਹਰਨ ਨਿਕਲਿਆ ਰਾਜੇ ਦੇ ਘੋੜੇ ਅੱਗੋਂ, ਤੇ ਇਹ ਫੌਜ ਨੂੰ ਵਰਜ ਕੇ ਉਹ ਹਰਨ ਦੇ ਮਗਰ ਇਹਨੇ ਇਕੱਲੇ ਨਹੀਂ ਘੋੜਾ ਲਾਇਆ ਵੀ ਮੈਂ ਸ਼ਿਕਾਰ ਕਰਾਂਗਾ ਇਹਦਾ। ਉਹ ਹਰਨ ਦੌੜਦਾ ਦੌੜਦਾ ਰਾਜੇ ਨੂੰ ਅੰਮ੍ਰਿਤਸਰ ਸਾਹਿਬ ਤੋਂ 10 ਕੋਹ ਦੂਰ ਲੈ ਜਾਂਦਾ। ਉੱਥੇ ਜਾ ਕਰਕੇ ਫਿਰ ਉਹ ਹਰਨ ਵੀ ਮਾਰ ਲੈਂਦਾ ਹੈ, ਪਰ ਪਿਆਸ ਬਹੁਤ ਲੱਗਣ ਤੇ ਉੱਥੇ ਰੁੱਖ ਦੀ ਛਾਵੇਂ ਰਾਜਾ ਬੈਠਾ, ਕੋ ਪਾਣੀ ਆਦਿਕ ਛਕਿਆ, ਹੱਥ ਪੈਰ ਧੋਤੇ ਹੈ। ਇੱਥੋਂ ਤੀਕਰ ਪ੍ਰਸੰਗ ਜਿਹੜਾ ਆਪਾਂ ਕੱਲ੍ਹ ਦੀ ਬਾਣ ਵਿੱਚ ਸਰਵਣ ਕੀਤਾ ਹੈ। ਅੱਗੇ ਜਥਾ ਕੁਝ ਪ੍ਰਸੰਗ ਰਹਿੰਦਾ ਹੈ।
ਉਹ ਰਾਜਾ ਉਸੇ ਪਿੰਡ ਪਹੁੰਚਿਆ ਹੁੰਦਾ ਜਿੱਥੇ ਸੁਪਨੇ ਵਿੱਚ ਜਨਮ ਲੈ ਕੇ ਉਹ ਚੰਡਾਲਾਂ ਦੇ ਘਰੇ ਜਨਮ ਭੋਗਿਆ ਹੁੰਦਾ। ਉਹ ਫਿਰ ਉਹਦੇ ਪਰਿਵਾਰ ਆ ਕਰਕੇ ਇਹਨੂੰ ਬੰਨ੍ਹਦੇ ਆ ਕਿ ਤਾਂ ਸਾਡਾ ਹੀ ਬਜ਼ੁਰਗ ਹੈ ਜਿਹੜਾ ਚੜ੍ਹਾਈ ਕਰ ਗਿਆ ਏ, ਨਵੀਂ ਪੁਸ਼ਾਕ ਪਾ ਕੇ ਤੇ ਹੁਣ ਰਾਜਾ ਬਣਿਆ ਫਿਰਦਾ, ਕਿੱਥੋਂ ਘੋੜਾ ਚੋਰੀ ਕੀਤਾ ਇਹਨੇ। ਇਸ ਤਰ੍ਹਾਂ ਜਦੋਂ ਬੰਨ੍ਹ ਲੈਂਦੇ ਫਿਰ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨੂੰ ਆ ਕੇ ਛਡਾਉਂਦੇ ਆ। ਫਿਰ ਇਹਦੇ ਸੰਕੇ ਦੀ ਨਿਵਰਤੀ ਜਿਵੇਂ ਹੁੰਦੀ ਉਹ ਸਾਰਾ ਪ੍ਰਸੰਗ ਅੱਗੇ ਆਵੇਗਾ। ਚਿੱਤ ਬਿਰਤੀ ਇਕਾਗਰ ਕਰੋ, ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨੂੰ ਹਿਰਦੇ ਵਸਾਓ, ਸਭ ਸੰਗਤ ਰਸਨਾ ਕਰੋ ਪਵਿੱਤਰ, ਆਖੋ ਜੀ ਸਤਨਾਮ। ਸ਼੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ। ਸ਼੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਕਿਤਕ ਕਾਲ ਮਹਿ ਪਾਲਕਾ। ਤੋ ਇਸ ਤਰ੍ਹਾਂ ਫਿਰ ਕਵੀ ਜੀ ਅੱਗੇ ਪ੍ਰਸੰਗ ਤੋਰ ਰਹੇ ਹੈ ਵੀ ਇੱਥੇ ਰਾਜਾ ਉਹ ਰੁੱਖ ਦੇ ਹੇਠਾਂ ਬੈਠਾ ਹੈ, ਕੋਈ ਜਲ ਪਾਣੀ ਛਕਿਆ, ਥੱਕੇ ਹੋਏ ਨੇ, ਪਾਣੀ ਆਦਿਕ ਪੀਤਾ ਹੈ, ਹੱਥ ਪੈਰ ਧੋਤੇ ਹੈ ਵੀ ਚਲੋ ਦੁਪਹਿਰਾ ਟਲ ਜਾਵੇਗਾ ਤੇ ਫਿਰ ਮੈਂ ਅੰਮ੍ਰਿਤਸਰ ਸਾਹਿਬ ਨੂੰ ਮੁੜ ਜਾਵਾਂਗਾ ਜਾਂ ਫੌਜ ਉਹਨੇ ਨੂੰ ਅੱਗੇ ਆ ਜਾਵੇਗੀ। ਤੋ ਕਿੰਨਾ ਸਮਾਂ ਹੀ ਇਹ ਰਾਜਾ ਜਿਹੜਾ ਕੁਝ ਕੁ ਸਮਾਂ ਕੋ 2-4 ਘੜੀਆਂ ਇੱਥੇ ਰੁੱਖ ਹੇਠਾਂ ਬੈਠਾ ਹੈ। ਬੈਠਿਓ ਬਿਤਿਓ ਸੋ ਥਾਨ। ਇੱਥੇ ਬੈਠਿਆਂ ਹੋਇਆਂ ਹੀ ਕੁਝ ਕੁ ਸਮਾਂ ਰਾਜੇ ਨੂੰ ਬਤੀਤ ਹੋ ਗਿਆ ਹੈ। ਜਿਸ ਚੰਡਾਲ ਕਾ ਪੁੱਤਰ ਇੱਕ। ਤੇ ਜਿਹੜਾ ਇਹ ਸੁਪਨੇ 'ਚ ਚੰਡਾਲ ਦਾ ਜਨਮ ਧਾਰਿਆ ਸੀ ਰਾਜੇ ਨੇ ਰਾਤ, ਉਹੀ ਜਿਹੜਾ ਇਹਦਾ ਪੁੱਤ ਸੀ ਨਾ ਸੁਪਨੇ ਵਿੱਚ, ਉਹ ਸੱਚੀ ਸਨਮੁਖੇ ਦੇ ਸਾਹਮਣੇ ਆ ਖੜਾ ਹੋਇਆ ਹੈ। ਨਿਰਪ ਕੋ ਦੇਖਿਓ ਆਨ। ਤੇ ਉਹਨੇ ਰਾਜੇ ਵੱਲ ਆ ਕੇ ਵੇਖਿਆ। ਉਹ ਹੈ ਤਾਂ ਚਾਹੇ ਹੁਣ ਸੁਪਨੇ ਦਾ ਸੀ, ਪਰ ਉਹ ਸਾਹਮਣੇ ਪ੍ਰਤੱਖ ਖੜਾ ਹੋ ਕਰਕੇ ਤੇ ਇਹ ਖੜੇ ਹੋਏ ਘੋੜੇ ਪਾਸ ਰਾਜੇ ਨੂੰ ਵੇਖਦਾ ਖੜ ਕਰਕੇ। ਚਾਪਈ ਦੂਰ ਖਰੋ ਹੀਰਤ ਲਲਚਾਵੈ। ਤੇ ਲਾਗੇ ਨਾ ਆਇਆ, ਕੋਈ ਪੁਸ਼ਾਕ ਆਦਿਕ ਇਹਦੇ ਸ਼ਾਸਤਰ ਵਸਤਰ ਪਾਏ ਹੋਏ ਸਨ, ਤੇ ਦੂਰ ਖੜਾ ਹੋ ਕੇ ਉਹ ਜਿਹੜਾ ਇਹਦਾ ਮੁੰਡਾ ਸੁਪਨੇ ਵਾਲਾ ਪੋਤੇ ਦਾ ਉਹ ਵੇਖ ਰਿਹਾ ਹੈ। ਕਰਤ ਤਰਾਸ ਪਰ ਨਿਕਟ ਨ ਆਵੈ। ਡਰਦਾ ਹੋਇਆ ਇਹਦੇ ਸ਼ਾਸਤਰ ਕਿਰਪਾਨ ਤਲਵਾਰ ਪਾਈ ਵੇਖ ਕੇ ਲਾਗੇ ਨਹੀਂ ਆਇਆ ਹੈ। ਇਹ ਤੋ ਪਿਤਾ ਹਮਾਰੋ ਹੈ। ਤੇ ਵਿਚਾਰਦਾ ਵੀ ਇਹ ਤਾਂ ਸਾਡਾ ਹੀ ਬਜ਼ੁਰਗ ਜਿਹੜਾ ਕੱਲ ਚੜ੍ਹਾਈ ਕੀਤਾ ਹੈ। ਜੋ ਮਰ ਗਇਓ ਸੋ ਛਲ ਹੀ ਲਹੈ। ਵੀ ਜਿਹੜਾ ਉਹ ਮਰਿਆ ਫਿਰ ਇਹਦਾ ਮਤਲਬ ਕੁਛ ਛਲ ਹੀ ਕੀਤਾ ਇਹਨੇ, ਧੋਖਾ ਹੀ ਵੀ ਅਸੀਂ ਤਾਂ ਕਬਰ 'ਚ ਦੱਬ ਕੇ ਆਏ ਹਾਂ, ਕੀ ਆ ਉਹ ਜਿਉਂਦਾ ਹੋਵੇ ਤੇ ਉੱਠ ਕੇ ਨਿਕਲ ਤੁਰਿਆ ਹੋਵੇ, ਵੀ ਇਹ ਤਾਂ ਛਲ ਧੋਖਾ ਹੀ ਇਹ ਸਾਡੇ ਨਾਲ ਕੋਈ ਕਰ ਗਿਆ ਹੈ। ਦਾਰਿਓ ਸਦਨ ਬਤਾਇਓ ਜਾਏ। ਤੇ ਇਥੋਂ ਦੌੜਿਆ ਭਜਾ ਤੇ ਜਾ ਕੇ ਆਪਣੇ ਘਰ ਮਾਂ ਨੂੰ ਦੱਸਿਆ ਹੈ। ਕਿਆਰੋ ਬਹ ਪਿਤ ਬੈਠਿਓ ਆਏ। ਤੇ ਮਾਤਾ ਨੂੰ ਜਾਂ ਪਰਿਵਾਰ ਨੂੰ ਕਹਿੰਦਾ ਵੀ ਕਿਉਂ ਰੋਂਦੇ ਹੋ, ਉਹ ਬਾਪੂ ਤਾਂ ਕਿ ਉਹ ਬਾਹਰ ਫਿਰਦਾ ਹੈ, ਪਿੰਡ ਦੇ ਬਾਹਰ ਰੁੱਖ ਹੇਠਾਂ ਬੈਠਾ ਹੋਇਆ ਹੈ। ਕਰਿਓ ਸੋ ਛਲ ਪਿਤ ਮਰਿਓ ਨਾ ਜਾਣੋ। ਵੀ ਉਹ ਮਰਿਆ ਨਾ ਜਾਣੋ ਤਾਂ ਕੋਈ ਛਲ ਕਰ ਗਿਆ ਆਪਣੇ ਨਾਲ, ਵੀ ਆਪਾਂ ਨੂੰ ਇਉਂ ਭਰਮਾ ਗਿਆ ਵੀ ਮੈਂ ਮਰ ਗਿਆ, ਮਰਿਆ ਮੁਰਿਆ ਕੋਈ ਨਹੀਂ, ਉਹ ਤਾਂ ਨਗਰ ਦੇ ਬਾਹਰ ਆਇਆ ਬੈਠਾ ਹੈ। ਚੱਲ ਦੇਖੋ ਜੇ ਕਹਿਓ ਨਾ ਮਾਨੋ। ਉਹ ਕਹਿੰਦੇ ਮੰਨਣ ਕਿਵੇਂ ਉਹ, ਕਿਉਂਕਿ ਉਹ ਰਾਤ ਹੀ ਅਜੇ ਉਹਨੂੰ ਦਫਨ ਕਰਕੇ ਆਏ ਆ। ਤੋ ਫਿਰ ਉਹ ਮੁੰਡਾ ਕਹਿੰਦਾ, ਬੱਚਾ ਏ ਚੰਡਾਲ ਦਾ, ਕਹਿੰਦਾ ਭਾਈ ਜੇ ਨਹੀਂ ਮੰਨਦੇ ਮੇਰੀ ਗੱਲ ਤੇ ਚੱਲੋ ਮੇਰੇ ਨਾਲ, ਨਗਰ ਦੇ ਬਾਹਰ ਜਾ ਕੇ ਅੱਖੀਂ ਵੇਖ ਲਵੋ। ਸੁਨਤ ਭਾਰ ਜਾ ਚੱਲ ਕਰ ਆਈ। ਸੁਣ ਕੇ ਜਿਹੜੀ ਆ ਉਹ ਇਹਦੀ ਮਾਤਾ ਤੇ ਉਹ ਤੁਰ ਕੇ ਆਈ ਹੈ। ਸੁਣਿਆ ਜਦੋਂ ਵੀ ਹੁਣ ਇਹ ਕਹਿੰਦਾ ਵੇਖੋ ਪ੍ਰਤਾਖੀ, ਤੇ ਉਹ ਆਪ ਚੱਲ ਕੇ ਆਈ ਹੈ ਚੰਡਾਲੀ। ਅਪਰ ਕੁਟੰਬ ਸੰਗ ਹੀ ਲਿਆਈ। ਤੇ ਨਾਲ ਆਪਦਾ ਦੂਜਾ ਜਿਹੜਾ ਪੋਤਰੇ ਆਦਿਕ ਪੋਤਰੀਆਂ ਤੇ ਹੋਰ ਪੁੱਤਰ ਜਿਹੜੇ ਧੀਆਂ ਸਭ ਨਾਲ ਲੈ ਕੇ ਆਈ ਹੈ। ਹੜਬੜਾਏ ਪਹੁੰਚੀ ਦੁਖਿਆਰੀ। ਤੇ ਦੁੱਖ ਦੀ ਮਾਰੀ ਹੋਈ ਹੜਬੜਾਏ ਭਾਵ ਰੋਂਦੀ ਕਰਲਾਉਂਦੀ ਤੇ ਰਾਜੇ ਦੇ ਪਾਸ ਆਣ ਪੁੱਜੀ ਹੈ। ਦੇਖਤ ਉੱਚੀ ਕੂਕ ਪੁਕਾਰੀ। ਤੇ ਦੂਰੋਂ ਵੇਖਿਆ ਜਦੋਂ ਸਿਆਣਿਆਂ ਵੀ ਉਹੀ ਹੈ, ਤੇ ਉੱਚੀ ਉੱਚੀ ਰੋਂਦੀ ਆ, ਵੈਣ ਪਾਉਣ ਲੱਗੀ ਹੈ। ਇਹ ਕਿਆ ਕੀਨ ਕੁਟੰਬ ਕੋ ਛੋਰਾ। ਕਹਿੰਦੀ ਆ ਕਿ ਆ ਤੂੰ ਕੀ ਕੀਤਾ ਹੈ ਮੇਰੇ ਪਤੀ ਸਿਰ ਦੇ ਸਾਈਂ,
ਵੀ ਹੱਸਦਾ ਵਸਦਾ ਪਰਿਵਾਰ ਜਿਹੜਾ ਸਾਰਾ ਤੁਸਾਂ ਛੱਡ ਦਿੱਤਾ ਹੈ ਹਮ ਸਭ ਕੋ ਦੀਨ ਸੋ ਦੁਖ ਕੋਰਾ। ਤੇ ਸਾਨੂੰ ਮੌਤ ਦਾ ਏਡਾ ਵੱਡਾ ਤੁਸੀਂ ਦੁੱਖ ਦੇ ਦਿੱਤਾ ਹੈ। ਉਰਦਿਤ ਭਈ ਵਿਆਕੁਲ ਨਿਸਮਾਹੀ। ਤੇ ਮੈਂ ਸਾਰੀ ਰਾਤ ਸੁੱਤੀ ਨਾ, ਵਿਆਕੁਲ ਦੁਖੀ ਹੁੰਦੀ ਸਾਰੀ ਰਾਤ ਅਸੀਂ ਸਾਰੇ ਟੱਬਰ ਨੇ ਰੋ ਕੇ ਲੰਘਾਈ ਹੈ। ਆਏ ਸਮੀਪ ਲੀਨ ਸੁਧ ਨਾਹੀ। ਤੇ ਸਾਡੇ ਹੁਣ ਘਰ ਦੇ ਕੋਲ ਹੀ ਆਇਆ ਬੈਠਾ, ਨਗਰ ਦੇ ਬਾਹਰ ਹੀ ਐ, ਤੇ ਸਾਨੂੰ ਆਏ ਆ ਕੇ ਤੇ ਖਬਰ ਵੀ ਨਾ ਤੂੰ ਕੀਤੀ ਆ ਕਰਕੇ। ਇਮ ਭਾਖਤ ਸਗਰੇ ਚਲ ਆਏ। ਇਸ ਤਰ੍ਹਾਂ ਰੌਲਾ ਪਾਉਂਦੇ ਹੋਏ ਜਿੰਨੇ ਸਾਰੇ ਹੀ ਐ ਉਹ ਚੱਲ ਕੇ ਆ ਗਏ ਦਾ ਪਰਿਵਾਰ ਵਾਲੇ। ਦੇਖੋ ਨਿਰਪਤ ਨੇ ਸਕਲ ਹਟਾਏ। ਤੇ ਹੁਣ ਰਾਜਾ ਵੇਖ ਕੇ ਤੇ ਫਿਰ ਦਬਕੇ ਜੇ ਮਾਰਦਾ ਵੀ ਮੇਰੇ ਲਾਗੇ ਨਾ ਆਇਆ ਜੇ। ਇਸ ਤਰ੍ਹਾਂ ਫਿਰ ਬੋਲਦਾ ਹੈ, ਉਹਨਾਂ ਨੂੰ ਹਟਾਉਂਦਾ, ਪਿੱਛੇ ਮੋੜਦਾ ਹੈ। ਸੁਪਨੇ ਵਿਖੇ ਪਿਖੇ ਥੇ ਜੈਸੇ। ਉਹ ਪਤਾ ਲੱਗ ਗਿਆ ਵੀ ਇਹ ਤਾਂ ਉਹ ਹੀ ਆ ਜਿਹੜੇ ਸੁਪਨੇ ਵਿੱਚ ਸਾਰੀ ਰਾਤ ਵੇਂਦਾ ਰਿਹਾ। ਉਹ ਭੱਜ ਭੱਜ ਲਾਗੇ ਹੁਣ ਧੀਆਂ ਪੁੱਤਰ ਗਲ ਲਾਉਣ, ਤੇ ਰਾਜਾ ਕੁੱਦ ਪਵੇ ਵੀ ਮੇਰੇ ਲਾਗੇ ਨਾ ਆਉਣਾ। ਪਰ ਇਹ ਪਤਾ ਲੱਗ ਗਿਆ, ਸਿਆਣ ਗਿਆ ਚੰਗੀ ਤਰ੍ਹਾਂ ਵੀ ਇਹ ਸਾਰਾ ਕੁਝ ਉਹੀ ਹੈ। ਇਹੀ ਬਾਲ ਬੱਚੇ, ਜਿਹੜੀ ਘਰ ਵਾਲੀ ਮੇਰੀ ਸੁਪਨੇ ਵਾਲੀ, ਸਾਰਾ ਪਰਿਵਾਰ ਉਹੀ ਹੈ ਜੋ ਸੁਪਨੇ ਵਿੱਚ ਸੀ। ਦੇਖਤ ਭਇਓ ਕੁਟੰਬੀ ਤੈਸੇ। ਤੇ ਵੇਖ ਕੇ ਉਹ ਸਾਰਾ ਕੁਟੰਬੀ, ਕਹੀਏ ਪਰਿਵਾਰ, ਇਹਦੀ ਘਰਵਾਲੀ ਸਮੇਤ ਸਾਰਾ ਟੱਬਰ ਵੇਖ ਕੇ ਹੈਰਾਨ ਹੁੰਦਾ ਹੈ। ਸੋ ਇਸਤਰੀ ਸੁਤ ਤਨੀਆ ਸੋਈ। ਵੇਖਦਾ ਹੈ ਵੀ ਉਹੀ ਮੇਰੀ ਘਰਵਾਲੀ ਹੈ, ਰਾਤ ਜੀ ਦਾ ਸੁਪਨੇ ਆਈ ਗਏ ਸਾਰੀ ਰਾਤ, ਉਹੀ ਮੇਰੀਆਂ ਧੀਆਂ, ਉਹੀ ਪੁੱਤਰ ਹਨ, ਸਾਰਾ ਪਰਿਵਾਰ ਹੈ। ਸੁਪਨੇ ਜਨਮ ਬਨੇ ਥੇ ਜੋਈ। ਜਿਹੜਾ ਮੇਰੇ ਸੁਪਨੇ ਵਾਲੇ ਜਨਮ ਦੇ ਵਿੱਚ ਬਣੇ ਹੋਏ ਸੀ, ਜਿਹੜੀ ਮੇਰੀ ਘਰਵਾਲੀ ਸੁਪਨੇ 'ਚ ਬਣੀ, ਪੁੱਤਰ ਬਣੇ, ਧੀਆਂ ਪੁੱਤ ਪੋਤਰੇ ਸਾਰੇ, ਇਹ ਸਾਰੇ ਤਾਂ ਉਹੀ ਹੈ। ਐਂ ਵੇਖ ਰਿਹਾ ਹੈਰਾਨ ਹੁੰਦਾ ਹੈ। ਸੁਨੈ ਸੁਨੈ ਜਬ ਦੇਖਿਓ ਥਾਨ। ਤੇ ਹੌਲੀ ਹੌਲੀ ਚਾਰ ਚਫੇਰੇ ਪਿੰਡ ਨੂੰ ਨਿਗਾਹ ਮਾਰ ਕੇ ਵੇਖ ਰਿਹਾ ਹੈ। ਨਿਸਮਹਿ ਬਸਿਓ ਸੋ ਪਰਤ ਪਛਾਨ। ਤੇ ਫਿਰ ਪਛਾਣਿਆ ਵੀ ਇਹ ਪਿੰਡ ਵੀ ਉਹੀ ਹੈ ਜਿਹਦੇ ਵਿੱਚ ਮੈਂ ਰਾਤ ਵਾਸਾ ਕੀਤਾ ਸੁਪਨੇ ਵਿੱਚ। ਇਸੇ ਪਿੰਡ ਵਿੱਚ ਹੀ ਮੈਂ ਰਾਤ ਸੁਪਨੇ ਵਿੱਚ ਜੰਮਿਆ ਸੀਗਾ। ਚਾਰ ਚਫੇਰੇ ਵੇਖਦਾ, ਰੁੱਖ ਰਾਹ ਗਲੀਆਂ ਸਭ ਕੁਝ ਉਹੀ ਦਿਸ ਰਿਹਾ ਹੈ। ਸੁਪਨਾ ਅਰ ਤਿਨ ਪਿਖਤ ਵਿਚਾਰਤ। ਤੇ ਇਸ ਤਰ੍ਹਾਂ ਫਿਰ ਉਹ ਸੁਪਨੇ ਵਿੱਚ ਸਾਰਾ ਕੁਝ ਜੋ ਵੇਖਿਆ ਹੈ, ਤੇ ਉਹ ਵੇਖ ਕੇ ਇਹਨਾਂ ਨੂੰ ਸੁਪਨੇ ਵੱਲ ਸੁਰਤ ਲਿਜਾਂਦਾ। ਕਦੇ ਰਾਜਾ, ਕਦੇ ਸਾਹਮਣੇ ਖੜੇ ਹੋਏ ਸੁਪਨੇ ਵਾਲੇ ਸਾਰੇ ਪਰਿਵਾਰ ਨੂੰ ਪ੍ਰਤੱਖ ਵੇਖ ਕੇ ਤੇ ਬੜਾ ਹੈਰਾਨ ਹੁੰਦਾ ਹੈ। ਤੇ ਮਨ ਵਿੱਚ ਇਹ ਵਿਚਾਰ ਵਿੱਚ ਪਿਆ, ਬੜਾ ਵਿਚਾਰ ਕਰ ਰਿਹਾ ਹੈ। ਕਹਾਂ ਭਈ ਅਚਰਜ ਕੋ ਤਾਰਤ। ਕਹਿੰਦਾ ਵੀ ਆ ਹੱਦ ਹੋਈ ਆ, ਕੀ ਆਣ ਮੇਰੇ ਨਾਲ ਬਣੀ ਹੈ। ਇਸ ਤਰ੍ਹਾਂ ਵੀ ਕਦੇ ਹੋਇਆ ਵੀ ਸੁਪਨਾ ਆਇਆ ਹੋਵੇ ਤੇ ਉਹ ਸੁਪਨਾ ਅਗਲੇ ਦਿਨ ਪ੍ਰਤੱਖੀ ਸਾਹਮਣੇ ਆਣ ਖੜਾ ਹੋਵੇ। ਇਸ ਤਰ੍ਹਾਂ ਦੀ ਵਿਚਾਰ ਕਰਦਾ ਰਾਜਾ ਤੇ ਹੈਰਾਨ ਬਹੁਤ ਹੁੰਦਾ ਹੈ। ਸੋ ਨੇਰੇ ਹੋਏ ਨਿਰਪਤ ਹਟਾਵੈ। ਉਹ ਲਾਗੇ ਹੁੰਦੇ ਆ, ਜਿਹੜੇ ਬੱਚੇ ਆ ਵੀ ਇਹ ਮਰਿਆ ਚਲੋ ਮੋੜ ਆਇਆ, ਉਹ ਲਾਗੇ ਹੁੰਦੇ ਆ, ਇਹਦੇ ਗਲ ਲਾਉਂਦੇ ਆ, ਮੋਹ ਕਰਦੇ ਆ। ਰਾਜਾ ਜਿਹੜਾ ਇਹ ਹੁਣ ਸੂਖ ਮਨਾਉਂਦਾ, ਕਿਉਂਕਿ ਜਾਤ ਨੀਵੀਂ ਮੰਨਦਾ ਰਾਜਾ ਇਹਨਾਂ ਨੂੰ। ਤੋ ਇਸ ਤਰ੍ਹਾਂ ਉਹ ਸੂਕ ਮਨਾਉਂਦਾ ਹੋਇਆ ਤੇ ਧੱਕੇ ਜੇ ਮਾਰਦਾ ਹੈ, ਉਹਨਾਂ ਨੂੰ ਲਾਗੇ ਨਹੀਂ ਆਉਣ ਦਿੰਦਾ ਹੈ। ਬਚ ਹੈ ਆਪ ਜਿਨ ਛੋਹ ਨ ਪਾਵੈ। ਤੇ ਖਬਰਦਾਰ ਆ ਕੇ ਮੈਨੂੰ ਹੱਥ ਲਾਇਆ ਤਾਂ ਵੀ ਮੈਂ ਪਿੱਟਿਆ ਜਾਵਾਂਗਾ, ਮੈਂ ਰਾਜਾ, ਤੁਸੀਂ ਕੈਸੇ ਹੋ। ਤੋ ਨਾ ਨਹਾਓ ਨਾ ਧੋ, ਇਸ ਤਰ੍ਹਾਂ ਇਹ ਬਚਨ ਬੋਲਦਾ ਉਹਨਾਂ ਨੂੰ। ਤੇ ਆਪਦੇ ਆਪ ਨੂੰ ਬਚਾਉਂਦਾ ਉਹਨਾਂ ਤੋਂ। ਪਾਸੇ ਆਸੇ ਜਿਵੇਂ ਰੁੱਖ ਜਾ, ਕਦੇ ਘੋੜੇ ਦੇ ਗੇੜੇ ਕੱਢਦਾ, ਕਦੇ ਰੁੱਖ ਦੇ ਦੁਆਲੇ ਦੌੜਦਾ। ਇਹ ਉਹਨੂੰ ਫੜਦੇ ਆ ਵੀ ਇਹਨੂੰ ਮੋਹ ਕਰਦੇ ਆ ਵੀ ਚਲੋ ਘਰੇ ਲੈ ਚੱਲਦੇ ਆ। ਇਸ ਤਰ੍ਹਾਂ ਰਾਜਾ ਫਿਰ ਦਬਕੇ ਮਾਰਦਾ ਵੀ ਮੇਰੇ ਲਾਗੇ ਨਾ ਕੋਈ ਆਓ। ਇਹ ਸਾਰੀ ਇੱਥੇ ਵਰਤ ਰਹੀ ਹੈ। ਕਹਿ ਚੰਡਾਲਣੀ ਤੂੰ ਪਤ ਮੇਰੋ। ਤੇ ਜਦੋਂ ਰਾਜੇ ਨੇ ਕਿਸੇ ਨੂੰ ਲਾਗੇ ਨਾ ਆਉਣ ਦਿੱਤਾ, ਤੇ ਇਹਦੀ ਜਿਹੜੀ ਘਰ ਵਾਲੀ ਆ ਉਹ ਬੋਲੀ ਆ, ਕਹਿੰਦੀ ਵੇ ਤੂੰ ਹੈ ਤਾਂ ਮੇਰਾ ਪਤੀ ਹੈ। ਭੋਗਤ ਭੋਗ ਰਹਿਓ ਬਹੁਤੇਰੋ। ਵੀ ਹੁਣ ਤੱਕ ਮੇਥੋਂ ਅੰਨ ਪਾਣੀ ਖਾਧਾ, ਇੰਨੇ ਵਰੇ ਆ, ਕਿੰਨੇ ਬਾਲ ਬੱਚੇ ਆ, ਕਿੰਨਾ ਪਰਿਵਾਰ ਸਾਥੋਂ ਵਧਿਆ ਹੈ, ਤੋ ਹੁਣ ਲਾਗੇ ਸਾਨੂੰ ਕਿਸੇ ਨੂੰ ਆਉਣ ਨਹੀਂ ਦਿੰਦਾ ਹੈ। ਪੁੱਤਰ ਸੁਤਾ ਇਹੋ ਸਭ ਉਪਜਾਏ। ਧੀਆਂ ਪੁੱਤਰ ਆਪਣੇ ਪੈਦਾ ਕੀਤੇ ਹੋਏ ਹਨ ਸਾਰੇ, ਜਿੰਨੇ ਖੜੇ ਦਿਸ ਰਹੇ ਆ। ਅਬ ਕਿਆ ਤੋ ਹਿਰਦੇ ਮਹਿ ਆਏ। ਤੇ ਹੁਣ ਵੇ ਖਰੇ ਤੇਰੇ ਮਨ ਵਿੱਚ ਕੀ ਆਈ ਹੈ, ਤੂੰ ਕੀ ਮਨ ਵਿੱਚ ਧਾਰੀ ਬੈਠਾ, ਸਿਆਣਦਾ ਨਹੀਂ ਸਾਨੂੰ ਕਿਸੇ ਨੂੰ। ਵਸਤਰ ਸ਼ਸਤਰ ਧਰ ਕਰ ਤਨ ਆਛੇ। ਕਿੱਥੋਂ ਆਇਆ ਰਾਤ ਕੇ ਚੜਾਈ ਕਰ ਗਿਆ, ਅਸੀਂ ਮਰ ਗਿਆ ਜਾਣਦੇ ਆ, ਤੇ ਤੂੰ ਖਰੇ ਕਿੱਥੋਂ ਆਇਆ, ਤਲਵਾਰਾਂ ਜੀਆਂ ਪਾਈ ਫਿਰਦਾ ਗਲ ਵਿੱਚ, ਨਾਲ ਹੀ
ਸ਼ਸਤਰ ਬਸਤਰ ਪਾਏ ਆ, ਸੋਹਣੇ ਕੱਪੜੇ ਪਾਏ ਹਨ। ਹਮ ਸੋ ਮਿਲਨ ਬਿਦਾਰਿਓ ਪਾਛੇ। ਤੇ ਕਿਉਂ ਤੂੰ ਸਾਡੇ ਤੋਂ ਮਿਲਣਾ ਜਿਹੜਾ ਛੱਡਿਆ ਹੋਇਆ, ਸਾਨੂੰ ਭੁਲਾ ਹੀ ਦਿੱਤਾ ਕਿ ਰਾਤ ਵਿੱਚ ਹੀ ਮਨ ਦੇ ਵਿੱਚੋਂ। ਆ ਸੋਹਣੇ ਕੱਪੜੇ ਕੀ ਪਾ ਲਏ, ਆ ਸ਼ਸਤਰ ਬਸਤਰ ਕੀ ਪਹਿਨ ਲਏ, ਹੁਣ ਤੂੰ ਰਾਜਾ ਥੋੜੀ ਬਣ ਜਾਵੇਂਗਾ, ਹੈ ਤਾਂ ਉਹੀ ਨਾ ਸੂਰ ਚਾਰਨ ਵਾਲਾ। ਤੇ ਤੂੰ ਹੁਣ ਜੇ ਰਾਜਾ ਬਣ ਬੈਨੋ ਏ, ਸਾਨੂੰ ਮਨੋਂ ਹੀ ਵਸਾਰਿਆ ਹੋਇਆ ਛੱਡਿਆ ਹੈ। ਮਰਬੇ ਕੋ ਛਲ ਕਰ ਤਜ ਗਇਓ। ਆ ਮੈਂ ਜਾਣਦੀ ਆ ਤੂੰ ਮਰਨ ਦਾ ਬਹਾਨਾ ਬਣਾ ਕੇ ਛਲ ਕਰਕੇ ਸਾਨੂੰ ਸਾਰਿਆਂ ਨੂੰ ਛੱਡ ਕੇ ਇੱਥੋਂ ਦੌੜ ਗਿਆ ਘਰ ਵਿੱਚੋਂ। ਕਹਿੰਤੇ ਜਾਏ ਪਦਾਰਥ ਲਿਓ। ਤੇ ਖਰੇ ਕਿੱਥੇ ਗਿਆ ਹੈ, ਤੇ ਉੱਥੋਂ ਜਾ ਕੇ ਆ ਸੋਹਣੀ ਪੋਸ਼ਾਕ ਪਾਈ ਫਿਰਦਾ, ਘੋੜਾ ਲਈ ਫਿਰਦਾ, ਇੱਕ ਗਲ ਵਿੱਚ ਮੋਤੀਆਂ ਦਾ ਹਾਰ ਪਾਇਆ, ਆ ਚੰਗੇ ਮਹਿੰਗੇ ਪਦਾਰਥ ਪਾਏ ਹੋਏ ਹਨ, ਲਏ ਹੋਏ ਆ। ਕਿਆ ਨਾ ਲੈ ਤੁਸਤ ਕੋ ਨਿਜ ਗੋਦ। ਹੇ ਮੇਰੇ ਪਤੀ ਜੀ, ਆ ਵੇਖ ਆ ਤੇਰਾ ਪੁੱਤ ਹੈ, ਕਿਉਂ ਨਹੀਂ ਇਹਨੂੰ ਆਪਦੀ ਗੋਦੀ ਵਿੱਚ ਲੈਂਦਾ, ਕਿਉਂ ਗਲ ਵਕੜੀ ਨਹੀਂ ਲਾਉਂਦਾ ਹੈ। ਕਿਉਂ ਨਾ ਲੈ ਤੂੰ ਅਬ ਸਦਨ ਬਿਨੋਦ। ਤੇ ਕਿਉਂ ਆਪਦੇ ਘਰ ਵਿੱਚ ਜਾ ਕੇ ਤੇ ਪਰਿਵਾਰ ਦਾ ਸੁੱਖ ਨਹੀਂ ਮਾਣਦਾ, ਕਿਉਂ ਪਰਿਵਾਰ ਦਾ ਆਨੰਦ ਨਹੀਂ ਮਾਣਦਾ ਹੈ। ਕਿਉਂ ਨਾ ਮਿਲਤ ਸਗਰੇ ਪਰਿਵਾਰ। ਆ ਵੇਖ ਸਾਰਾ ਤੇਰਾ ਪਰਿਵਾਰ ਖੜਾ ਹੈ ਤੇਰੇ ਸਾਹਮਣੇ, ਕਿਉਂ ਨਹੀਂ ਆਪਦੇ ਪਰਿਵਾਰ ਨਾਲ ਮੋਹ ਵਧਾਉਣਾ, ਕਿਉਂ ਆਪਦੇ ਪਰਿਵਾਰ ਤੋਂ ਦੂਰੀ ਸੂਕ ਮਨਾਉਣਾ ਹੈ, ਕਿਉਂ ਪਰਿਵਾਰ ਦੇ ਨਾਲ ਮਿਲ ਨਹੀਂ ਬਹਿੰਦਾ ਹੈ। ਜਿਨ ਸੋ ਕਰਤ ਸਦਾ ਤੂੰ ਪਿਆਰ। ਆ ਉਹੀ ਤੇਰਾ ਪਰਿਵਾਰ ਹੈ ਜਿਹਦੇ ਨਾਲ ਬਹੁਤਾ ਲਾਡ ਕੀਤਾ ਹੈ, ਇਹਨਾਂ ਨੂੰ ਚੁੱਕ ਚੁੱਕ ਗੋਦੀ ਖੜਾਇਆ ਹੋਇਆ ਹੈ, ਤੋ ਪੁੱਤਰ ਪੋਤਰੇ ਇਹਨਾਂ ਦੇ ਵਿਆਹ ਕੀਤੇ ਹੈ, ਅੱਗੇ ਕਿੰਨਾ ਪਰਿਵਾਰ ਵਧਿਆ ਹੈ, ਜਿਨ੍ਹਾਂ ਦੇ ਨਾਲ ਹੁਣ ਤੀਕਰ ਮੋਹ ਕਰਦਾ ਰਿਹਾ। ਵੇਖ ਪਤੀ ਜੀ, ਇਹ ਉਹੀ ਹੈ ਤੇਰਾ ਸਾਰਾ ਪਰਿਵਾਰ, ਹੁਣ ਕਿਉਂ ਨਹੀਂ ਇਹਨਾਂ ਦੇ ਨਾਲ ਤੂੰ ਮੋਹ ਕਰਦਾ ਹੈ। ਸੁਣ ਸੁਣ ਸਭ ਚੰਡਾਲ ਚੱਲ ਆਏ। ਸੁਣ ਸੁਣਾ ਕੇ ਨਾ ਤੇ ਉਹ ਪਿੰਡ ਚੋਂ ਹੋਰ ਵੀ ਜਿਹੜੇ ਆ ਸਾਰੇ ਹੀ ਪਿੰਡ ਵਾਲੇ ਇੱਥੇ ਆ ਪਹੁੰਚੇ ਹਨ। ਨਿਰਪਕੋ ਘੇਰ ਖਰੇ ਸਮੁਦਾਏ। ਤੇ ਸਾਰਿਆਂ ਨੇ ਹੁਣ ਰਾਜਾ ਗੈਲ ਛਡਾਉਂਦਾ ਵੀ ਮੈਂ ਕਿਸੇ ਤਰ੍ਹਾਂ ਇੱਥੋਂ ਦੌੜ ਜਾਵਾਂ, ਉਹ ਰਹਿੰਦੀ ਕਸਰ ਪਿੰਡ ਦੇ ਹੋਰ ਆ ਕੇ ਘੇਰਾ ਪਾ ਲਿਆ। ਤੇ ਰਾਜਾ ਜੇ ਉਹ ਔਖਾ ਹੋਵੇ, ਫਿਰ ਹੁਣ ਚਾਰੇ ਪਾਸੇ ਇਹਨਾਂ ਨੇ ਰਾਜਾ ਘੇਰ ਲਿਆ ਹੈ। ਜੇ ਜਾ ਮਨ ਕੋ ਸੁਪਨ ਵਿਚਾਰੈ। ਉਹ ਰਾਜਾ ਹੁਣ ਵਿਚਾਰਾ ਜੇ ਤਾਂ ਰਾਤ ਦਾ ਸੁਪਨਾ ਵਿਚਾਰਦਾ ਹੈ, ਜੇ ਰਾਤ ਵਾਲੇ ਸੁਪਨੇ ਵਾਲੇ ਪਾਸੇ ਸੁਰਤ ਲਿਜਾਂਦਾ ਹੈ, ਤਉ ਜਾਣਤ ਆਪਣੋ ਪਰਿਵਾਰ। ਤੇ ਫਿਰ ਇਹਨਾਂ ਦਾ ਮੋਹ ਆਉਣ ਲੱਗ ਜਾਂਦਾ ਵੀ ਹਾਂ ਹੈ ਤਾਂ ਇਹ ਮੇਰਾ ਹੀ ਪਰਿਵਾਰ ਆ, ਘਰ ਵਾਲੀ, ਬੱਚੇ ਆ, ਪੁੱਤਰ ਪੋਤਰੇ ਆ, ਸਾਰੇ ਪੋਤਰੀਆਂ। ਤੇ ਜੇ ਸੁਪਨੇ ਵਾਲੇ ਪਾਸੇ ਜਦੋਂ ਸੁਰਤ ਲਿਜਾਂਦਾ, ਫਿਰ ਮੋਹ ਵੀ ਆਉਂਦਾ ਇਹਨਾਂ ਦਾ, ਜੀ ਕਰਦਾ ਇਹਨਾਂ ਦੇ ਨਾਲ ਹੁਣ ਘਰੇ ਚੱਲ ਜਾਵਾਂ। ਤੇ ਪ੍ਰੇਮ ਕਰਦਾ, ਮੋਹ ਆਉਂਦਾ ਹੈ। ਸੁਪਨੇ ਵਾਲੇ ਪਾਸੇ ਜਦ ਸੁਰਤ ਲਿਜਾਂਦਾ ਹੈ, ਜਬ ਜਾਗਰਤ ਆਪਣੀ ਪਹਿਚਾਨੈ। ਤੇ ਜਾਣਦਾ ਵੀ ਮੇਰਾ ਹੀ ਪਰਿਵਾਰ ਹੈ। ਤੇ ਜਦੋਂ ਫਿਰ ਜਾਗਰਤ ਭਾਵ ਹੋਣ ਵਾਲੇ ਆਪਦੇ ਪ੍ਰਤੱਖ ਜਿਹੜਾ ਹੁਣ ਸੁਪਨੇ ਨੂੰ ਝੂਠ ਮੰਨਦਾ, ਜਦੋਂ ਤੇ ਜਾਗਰਤ ਅਵਸਥਾ ਅਸਲ ਸੱਚ ਮੰਨਦਾ ਹੈ। ਜਦੋਂ ਜਾਗਰਤ ਅਵਸਥਾ ਵਿੱਚ ਆਉਂਦਾ ਹੈ, ਭਾਵ ਸੁਪਨੇ ਨੂੰ ਝੂਠ ਮੰਨਦਾ ਹੈ, ਕਰਤ ਹਟਾਵਨ ਬਾਕ ਬਖਾਨੈ। ਤੇ ਉਦੋਂ ਫਿਰ ਇਹਨੂੰ ਐ ਹੁੰਦਾ ਵੀ ਮੈਂ ਰਾਜਾ, ਸੁਪਨਾ ਝੂਠਾ, ਵੀ ਸੁਪਨਾ ਵੀ ਕਦੇ ਸੱਚ ਹੋਇਆ। ਉਹ ਲਾਗੇ ਆਉਂਦੇ ਆ ਜਦੋਂ ਸੁਪਨਾ ਜਿਹੜਾ ਉਹਦੇ ਵਾਲੇ ਪਾਸੇ ਸੁਰਤ ਲਿਜਾਂਦਾ, ਤੇ ਫਿਰ ਇਹਨਾਂ ਨੂੰ ਗਲ ਲਾ ਲੈਂਦਾ ਹੈ, ਜਾਂ ਮਨ ਚਾਹੁੰਦੀ ਵੀ ਹੁਣ ਘਰੇ ਨਾ ਚਲਾ ਜਾਵਾਂ, ਕਿੱਡਾ ਸੋਹਣਾ ਮੇਰਾ ਪਰਿਵਾਰ ਭਰਿਆ ਹਰਿਆ। ਤੇ ਜਦੋਂ ਫਿਰ ਮਨ 'ਚ ਵਿਚਾਰਦਾ ਵੀ ਨਹੀਂ ਮਨਾ, ਉਹ ਤਾਂ ਸੁਪਨਾ ਸੀਗਾ, ਫਿਰ ਇਹਨਾਂ ਨੂੰ ਧੱਕੇ ਮਾਰ ਪਿੱਛੇ ਕਰਦਾ ਹੈ, ਪਿੱਛੇ ਹੋ ਜਾਓ, ਮੈਂ ਤੁਹਾਡਾ ਕੁਝ ਨਹੀਂ ਲੱਗਦਾ। ਇਸ ਤਰ੍ਹਾਂ ਇਹ ਰਾਜਾ ਕਰਦਾ ਹੈ। ਮੈਂ ਸੁਨ ਬੰਧੀ ਨਹੀਂ ਤੁਮਾਰੋ। ਤੇ ਕਹਿੰਦਾ ਵੀ ਮੈਂ ਤੁਹਾਡਾ ਕੋਈ ਪਿਤਾ ਪੁਤਾ ਨਹੀਂ ਹਾਂ, ਮੈਂ ਕਿਸੇ ਦਾ ਕੁਝ ਨਹੀਂ ਲੱਗਦਾ ਹਾਂ। ਅਮਕ ਗਿਰਨ ਕੋ ਈਸ਼ ਉਦਾਰੋ। ਮੈਂ ਤਾਂ ਫਲਾਣੇ ਮੰਡੀ ਦੇ ਸ਼ਹਿਰ ਦਾ ਰਾਜਾ ਆ, ਤੁਸੀਂ ਮੈਨੂੰ ਆਪਦਾ ਪਿਤਾ ਬਣਾਉਣ ਨੂੰ ਫਿਰਦੇ ਹੋ, ਮੈਂ ਤੁਹਾਡਾ ਕੁਝ ਨਹੀਂ ਲੱਗਦਾ, ਮੈਂ ਤਾਂ ਮੰਡੀ ਦੇਸ਼ ਦਾ, ਮੰਡੀ ਸ਼ਹਿਰ ਦਾ, ਪਹਾੜਾਂ ਦਾ ਰਾਜਾ ਹਾਂ। ਠਾਡੇ ਰਹੋ ਦੂਰ ਹਟ ਕਰਕੇ। ਵੀ ਦੂਰ ਮੈਨੂੰ ਛੱਡ ਕੇ ਪਿੱਛੇ ਹੀ ਖੜੇ ਰਹੋ, ਮੇਰੇ ਲਾਗੇ ਨਾ ਆਉਣਾ, ਪਿਟਿਆ ਜਾਵਾਂਗਾ, ਮੇਰੇ ਕੋਈ ਨੇੜੇ ਨਾ ਆਵੇ। ਇਸ ਤਰ੍ਹਾਂ ਫਿਰ ਦਬਕੇ ਜੇ ਮਾਰਦਾ ਹੈ। ਛਵਾਹਨ ਤੁਮਕੋ ਨੀਚ ਵਿਚਰ ਕੇ। ਮੈਂ ਨਹੀਂ ਤੁਹਾਨੂੰ ਨੇੜੇ ਲੱਗਣ ਦੇਵਾਂਗਾ, ਤੁਸੀਂ ਨੀਚ ਜਾਤ ਵਾਲੇ ਹੋ, ਮੇਰੇ ਲਾਗੇ ਮੈਂ ਰਾਜਾ ਮਹਾਰਾਜਾ ਆ, ਕਿਵੇਂ ਮੇਰੇ ਲਾਗੇ ਆ ਜਾਓਗੇ। ਇਸ ਤਰ੍ਹਾਂ ਕਹਿੰਦਾ ਹੈ। ਆਪਣੇ ਕੋ ਤੁਮ ਕਿਆ ਨਾ ਪਛਾਨੋ। ਉਹ ਕਹਿੰਦਾ ਕਿ ਕਿਉਂ ਨਹੀਂ ਤੁਸੀਂ ਆਪਦੇ ਆਪ ਨੂੰ ਪਛਾਣਦੇ, ਭਾਈ ਮੈਂ ਤੁਹਾਡਾ ਕੁਝ ਨਹੀਂ ਲੱਗਦਾ, ਮੈਂ ਤਾਂ ਮੰਡੀ ਦਾ ਰਾਜਾ ਹਾਂ। ਆਪਨ ਸੰਬੰਧੀ ਮੋਹੇ ਬਖਾਨੋ। ਪਤਾ ਨਹੀਂ ਕਿਹੜੀ ਗੱਲੋਂ ਤੁਸੀਂ ਆਪਦੇ ਆਪ ਨੂੰ ਮੇਰੇ ਰਿਸ਼ਤੇਦਾਰ ਆਖਦੇ ਹੋ ਕਿ ਅਸੀਂ ਤੁਹਾਡੇ ਪੁੱਤਰ ਹਾਂ, ਪੋਤਰੇ ਹਾਂ, ਮੈਂ ਘਰ ਵਾਲੀ ਹਾਂ, ਤੁਸੀਂ ਆਪਦੇ ਆਪ ਨੂੰ ਕਿਉਂ ਨਹੀਂ ਪਛਾਣਦੇ।
ਕਿਉਂ ਤੁਸੀਂ ਮੈਨੂੰ ਆਪਦਾ ਰਿਸ਼ਤੇਦਾਰ ਸੰਬੰਧੀ ਬਣਾਉਂਦੇ ਆਖਦੇ ਹੋ। ਇਮ ਝਗਰਤ ਬੀਤਿਓ ਚਿਰਕਾਲ। ਇਸ ਤਰ੍ਹਾਂ ਹੁਣ ਰਾਜਾ ਮੰਨਦਾ ਨਹੀਂ, ਉਹ ਭੱਜ ਭੱਜ ਕੇ ਇਹਦੇ ਮਗਰ ਪੈਂਦੇ ਆ ਵੀ ਇਹਨੂੰ ਕਿਸੇ ਤਰ੍ਹਾਂ ਘੇਰ ਕੇ ਘਰ ਲੈ ਕੇ ਚੱਲੀਏ। ਤੇ ਰਾਜਾ ਜਿਹੜਾ ਕਿੰਨਾ ਸਮਾਂ ਇਹਨਾਂ ਦੇ ਨਾਲ ਝਗੜਦਾ ਰਿਹਾ ਹੈ। ਇਤਨੇ ਮਹਿ ਸਤਿਗੁਰੂ ਵਿਸਾਲ। ਤੇ ਇੰਨੇ ਸਮੇਂ ਨੂੰ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਵੱਡੇ ਸੱਚੇ ਪਾਤਸ਼ਾਹ ਸਤਿਗੁਰੂ ਜੀ ਜਮੂ ਸੰਗ ਆਏ ਤਿਸਥੁ ਬੇਰਾ। ਰਾਜੇ ਦੀ ਜਿਹੜੀ ਫੌਜ ਹੈ ਉਹ ਨਾਲ ਆ ਸਤਿਗੁਰਾਂ ਦੇ, ਕਿਉਂ ਰਾਜਾ ਅੱਗੇ ਨਿਕਲ ਆਇਆ ਸੀ। ਰਾਜੇ ਦੀ ਫੌਜ ਦੇ ਸਮੇਤ ਸੱਚੇ ਪਾਤਸ਼ਾਹ ਜੀ ਆ ਰਹੇ ਹਨ। ਗਨ ਚੰਡਾਲਨ ਨਿਰਭਉ ਜਹ ਕੇਰਾ। ਤੇ ਸਤਿਗੁਰੂ ਮਹਾਰਾਜ ਉੱਥੇ ਪਹੁੰਚ ਗਿਆ ਜਿੱਥੇ ਪਿੰਡ ਦੇ ਬਾਰ-ਬਾਰ ਸਾਰਿਆਂ ਚੰਡਾਲਾਂ ਨੇ ਰਾਜਾ ਘੇਰਿਆ ਹੋਇਆ। ਉੱਥੇ ਸੱਚੇ ਪਾਤਸ਼ਾਹ ਜੀ ਆਣ ਪਹੁੰਚੇ ਆ। ਸਗਰੇ ਕਹਿ ਕੇ ਦੂਰ ਹਟਾਏ। ਤੇ ਮਹਾਰਾਜ ਨੇ ਰਾਜੇ ਦੀ ਗੈਲ ਛਡਾਈ ਵੀ, ਹਟਾ ਕੇ ਵੀ ਕੋਈ ਨਾ ਅਸੀਂ ਵੇਖਦੇ ਹਾਂ ਭਾਈ, ਇੱਕ ਵਾਰੀ ਰਾਜਾ ਛੱਡੋ, ਪਿੱਛੇ ਹੋਵੋ। ਰਾਜੇ ਦਾ ਖਹਿੜਾ ਮਹਾਰਾਜ ਨੇ ਆ ਕੇ ਛਡਵਾਇਆ ਹੈ। ਬੂਝਿਓ ਤਿਨ ਸੋ ਤਹਾਂ ਬਿਠਾਏ। ਤੇ ਸਤਿਗੁਰਾਂ ਨੇ ਸਾਰੇ ਬਿਠਾਲ ਲਏ ਵੀ, ਕਹਿੰਦੇ ਭਾਈ ਹੁਣੇ ਹੀ ਨਿਰਣਾ ਕਰਦੇ ਨੇ ਤੁਹਾਡਾ ਵੀ ਇਹ ਤੁਹਾਡਾ ਪਿਤਾ ਹੈ ਕਿ ਨਹੀਂ ਹੈ। ਸੱਚੇ ਪਾਤਸ਼ਾਹ ਜੀਆਂ ਸਾਰਿਆਂ ਦੀ ਸਭਾ ਲਾ ਲਈ, ਸਾਰੇ ਪਿੱਛੇ ਹਟਾ ਕੇ ਬਿਠਾ ਦਿੱਤੇ। ਤੇ ਫਿਰ ਮਹਾਰਾਜ ਇਹਨਾਂ ਨੂੰ ਪੁੱਛਣ ਲੱਗੇ ਹਨ। ਸ਼੍ਰੀ ਅਰਜਨ ਅਰ ਮਾਨਵ ਸਾਰੇ। ਸਾਰੇ ਮਨੁੱਖ ਜਿਹੜੇ ਆ ਇਥੋਂ ਦੇ ਪਿੰਡ ਵਾਲੇ, ਤੇ ਰਾਜਾ ਵੀ ਖੜਾ ਹੋਇਆ ਹੈ। ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਬੈਠ ਗਏ ਸੁਨ ਬੇਹਿਤ ਧਾਰੇ। ਮਹਾਰਾਜ ਦੀ ਗੱਲ ਸੁਣ ਕੇ ਨਾ ਸੱਚੇ ਪਾਤਸ਼ਾਹ ਜੀਆਂ ਦੀ ਤੇ ਪਿੰਡ ਵਾਲੇ ਤੇ ਪਰਿਵਾਰ ਵਿੱਚ ਰਾਜੇ ਦਾ ਚੰਡਾਲ ਉਹ ਸਾਰੇ ਪਿੱਛੇ ਹਟ ਕੇ ਬਹਿ ਗਏ। ਤੇ ਰਾਜਾ ਵੀ ਬੈਠ ਗਿਆ, ਸਤਿਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਵੀ ਬੈਠ ਗਏ ਹਨ। ਹਮਰੋ ਬੰਧੂ ਬੈਠਿਓ ਇਹੋ। ਤੇ ਉਹ ਮਹਾਰਾਜ ਸੱਚੇ ਪਾਤਸ਼ਾਹ ਪੁੱਛਦੇ ਆ ਵੀ ਭਾਈ ਕੀ ਗੱਲ ਹੈ, ਕਿਉਂ ਇਹਨੂੰ ਘੇਰਾ ਪਾਇਆ। ਉਹ ਕਹਿੰਦੇ ਆ ਕਿ ਮਹਾਰਾਜ ਆ ਜਿਹੜਾ ਤੁਹਾਡੇ ਲਾਗੇ ਬੈਠਾ ਨਾ ਘੋੜਾ ਲੈ ਕੇ, ਜਿਹਦੇ ਪਾਸ ਘੋੜਾ ਹੈ, ਮੋਤੀਆਂ ਦੀ ਗਲ 'ਚ ਹਾਰ ਜਿਹਾ ਪਾਈ ਫਿਰਦਾ, ਰਾਜੇ ਦਾ ਭੇਸ ਜਿਹਾ ਬਣਾਇਆ ਹੋਇਆ, ਇਹ ਆਖੇ ਸਾਡਾ ਪਿਤਾ ਹੈ, ਸਾਡਾ ਸੰਬੰਧੀ ਰਿਸ਼ਤੇਦਾਰ ਹੈ। ਸਗਲ ਕੁਟੰਬ ਇਸੀ ਕੋ ਲੇਹੋ। ਤੇ ਆ ਜਿੰਨਾ ਪਰਿਵਾਰ ਦੀ ਦਾ ਨਾ 25-30 ਜਣੇ ਸਾਰੇ ਇਸੇ ਦੇ ਹੀ ਆ, ਇਹ ਪਰਿਵਾਰ ਸਾਰਾ ਇਸੇ ਦਾ ਹੈ। ਵਸਤਰ ਸ਼ਸਤਰ ਅਰ ਭੂਖਣ ਕੋਰਾ। ਤੇ ਇਹ ਪਤਾ ਨਹੀਂ ਕਿੱਥੋਂ ਘੋੜਾ ਲਈ ਫਿਰਦਾ ਹੈ, ਸੋਹਣੇ ਵਸਤਰ ਪਾਏ ਹੋਏ ਆ ਤੇ ਮੋਤੀਆਂ ਦੀ ਗਲ ਵਿੱਚ ਹਾਰ ਗਹਿਣੇ ਪਾਏ ਹੋਏ ਹਨ। ਘਰ ਛਲ ਮਰਬੇ ਲਿਆਏ ਸੁਖ ਔਰਾ। ਇਹ ਰਾਤ ਨਾ ਮਰ ਕੇ ਤੇ ਸਾਡੇ ਨਾਲ ਛਲ ਕਰ ਗਿਆ ਹੈ ਤੇ ਆਪ ਕਿਤੇ ਹੋਰ ਪਾਸੇ ਦੌੜ ਗਿਆ ਤੇ ਉੱਥੋਂ ਆ ਘੋੜਾ ਲਈ ਫਿਰਦਾ, ਕਿਹਦਾ ਚੋਰੀ ਕਰਕੇ ਹਾਰ ਪਾਈ ਫਿਰਦਾ ਹੈ, ਮਹਿੰਗੇ ਵਸਤਰ ਪਾਈ ਫਿਰਦਾ ਹੈ। ਸਰਬ ਸਰੀਰ ਹੈ ਇਹੋ ਸੋਈ। ਵੀ ਅਸੀਂ ਚੰਗੀ ਤਰ੍ਹਾਂ ਵੇਖਿਆ ਵੀ ਉਹੀ ਕੱਦ ਕਾਠ, ਉਹੀ ਚਿਹਰਾ ਮੋਹਰਾ, ਸਾਰਾ ਸਰੀਰ ਕਰਕੇ ਦਿਸ ਰਿਹਾ ਵੀ ਸਾਡਾ ਹੀ ਪਿਤਾ ਲੱਗਦਾ ਹੈ। ਬਸਤ ਹੋ ਤੋ ਹਮਰੇ ਮਹਿ ਜੋਈ। ਤੇ ਇਹ ਸਾਡੇ ਵਿੱਚ ਹੁਣ ਤੀਕਰ ਵਸਿਆ, ਇੱਥੇ ਹੀ ਪਲਿਆ। ਉਹ ਪਿੰਡ ਵਾਲੇ ਵੀ ਕਹਿੰਦੇ ਵੀ ਇੱਥੇ ਹੀ ਜੰਮਿਆ, ਇੱਥੇ ਹੀ ਪਲਿਆ, ਇੱਥੇ ਹੀ ਵੱਡਾ ਹੋਇਆ, ਵਿਆਹਿਆ ਹੈ, ਇੱਥੇ ਪਰਿਵਾਰ ਵਧਿਆ ਇਹਦਾ, ਤੋ ਇੱਥੇ ਹੀ ਇਹ ਚੜ੍ਹਾਈ ਕੀਤਾ, ਉਹੀ ਹੈ, ਕੋਈ ਹੋਰ ਨਹੀਂ ਹੈ। ਨਿਕੇ ਸਭਨੇ ਕੀਨ ਚਿਨਾਰੀ। ਤਾਂ ਹੁਣ ਸਾਰਾ ਪਿੰਡ ਇੱਕ ਪਾਸੇ ਹੈ ਤੇ ਸਾਰੇ ਕਹਿੰਦੇ ਅਸੀਂ ਚੰਗੀ ਤਰ੍ਹਾਂ ਪਛਾਣਦੇ ਆ, ਇਹ ਭਾਈ ਫਲਾਣਾ ਹੀ ਹੈ, ਇੱਥੇ ਹੀ ਪਿੱਛੇ ਚੜ੍ਹਾਈ ਕੀਤਾ ਹੈ। ਲਖਿਓ ਜਬਰਤ ਹੈ ਸੰਗ ਹਮਾਰੀ। ਪਰ ਅਸੀਂ ਜਾਣਿਆ ਵੀ ਇਹ ਜਿਹੜਾ ਹੈ ਨਾ ਉਹ ਜੋ ਵਰਤ ਰਿਹਾ ਸਾਡੇ ਨਾਲ ਹੁਣ ਤੀਕਰ ਵਰਤਦਾ ਰਿਹਾ ਹੈ। ਤੋ ਪਿੰਡ ਸਾਰਾ ਨਗਰ ਵੀ ਗਵਾਹੀ ਭਰਦਾ ਵੀ ਉਹੀ ਹੈ ਜਿਹੜਾ ਸਾਡੇ ਨਾਲ ਮਿਲਵਰਤਨ ਕਰਦਾ ਰਿਹਾ ਹੁਣ ਤੀਕਰ, ਸਾਡੇ ਵਿੱਚ ਰਿਹਾ ਹੈ, ਹੱਸਿਆ ਖੇਡਿਆ, ਲੈਣ ਦੇਣ ਹੁੰਦਾ ਰਿਹਾ, ਅਸੀਂ ਚੰਗੀ ਤਰ੍ਹਾਂ ਪਛਾਣਦੇ ਜਾਣਦੇ ਹਾਂ। ਆਬ ਹਮ ਇਸ ਕੋ ਜਾਣ ਨਾ ਦੇਈ। ਤੇ ਮਹਾਰਾਜ ਗੱਲ ਇਹ ਹੈ ਵੀ ਹੁਣ ਗੈਲ ਛਡਾਉਂਦਾ ਹੈ ਤੇ ਅਸੀਂ ਹੁਣ ਇਹਨੂੰ ਜਾਣ ਨਹੀਂ ਦੇਣਾ, ਅਸੀਂ ਬੰਨ ਲਵਾਂਗੇ ਜੇ ਦੌੜੇਗਾ। ਜਾਏ ਜੇ ਨਿਜ ਕੁਟੰਬ ਸੰਗ ਲਈ। ਜੇ ਨੇ ਜਾਣਾ ਹੀ ਆ ਤੇ ਪਿੰਡ ਵਾਲੇ ਕਹਿੰਦੇ ਆ ਜਿਹੜੇ 25-30 ਜਣੇ ਦਾ ਪਰਿਵਾਰ ਹੈ ਨਾ, ਘਰ ਵਾਲੀ ਸਮੇਤ ਬਾਲ ਬੱਚਾ ਟੱਬਰ ਟੀਰ, ਇਹ ਸਾਰੇ ਲਿਜਾਣਾ ਪਵੇਗਾ। ਜੇ ਕਹਿੰਦਾ ਨਾ ਮੈਂ ਰਾਜਾ ਫਲਾਣੇ ਥਾਂ ਦਾ, ਤੇ ਪਰਿਵਾਰ ਲਏ ਆਪਦਾ ਨਾਲ, ਚਾਹੇ ਰਾਜਾ ਬਣਿਆ ਫਿਰੇ, ਜੋ ਮਰਜ਼ੀ ਬਣੇ, ਪਰ ਪਰਿਵਾਰ ਇਹਦਾ ਖਹਿੜਾ ਨਹੀਂ ਉਹ ਛੁੱਟਣਾ, ਅਸੀਂ ਸਾਰਾ ਪਰਿਵਾਰ ਇਹਦੇ ਨਾਲ ਭੇਜਾਂਗੇ। ਸਕਲ ਬੈਸ ਜਿਨ ਸੰਗ ਬਿਤਾਈ। ਜਿਨ੍ਹਾਂ ਦੇ ਨਾਲ ਸਾਰੀ ਉਮਰ ਬਤੀਤ ਕੀਤੀ ਹੈ ਤੇ ਹੁਣ ਕਹਿੰਦਾ ਕਿ ਮੈਂ ਰਾਜਾ ਤੇ ਤੁਸੀਂ ਮੇਰੇ ਕੁਝ ਨਹੀਂ ਲੱਗਦੇ, ਇਹ ਐਂ ਬੋਲਦਾ। ਪਰ ਅਸੀਂ ਇਹ ਪਰਿਵਾਰ ਜਿਹੜਾ ਨਾ ਇਹ ਸਾਰਾ ਇਹਦੇ ਨਾਲ ਹੀ ਭੇਜਾਂਗੇ ਜਿੱਧਰ ਜਾਵੇਗਾ। ਅਬ ਇਹ ਕਿਤ ਜਾਹੈ ਦੁਖ ਪਾਈ। ਤੇ ਹੁਣ ਇਹਨਾਂ ਨੂੰ ਦੁੱਖ ਦੇ ਕੇ ਤੇ ਹੁਣ ਹੋਰ ਕਿਤੇ ਜਾਇਆ ਚਾਹੁੰਦਾ ਹੈ,
ਹੋਰ ਕਿਤੋਂ ਦਾ ਰਾਜਾ ਬਣਿਆ ਚਾਹੁੰਦਾ ਹੈ। ਸ਼੍ਰੀ ਅਰਜਨ ਸਰਬੱਗ ਸੁਜਾਨਾ। ਹੁਣ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਤਾਂ ਜਾਣਦੇ ਹੀ ਹੈ ਸਾਰਾ ਕੁਝ ਵੀ ਕੀ ਵਰਤ ਰਿਹਾ। ਸੱਚੇ ਪਾਤਸ਼ਾਹ ਜੀ ਸਾਰਾ ਕੁਝ ਵਰਤਾਉਣ ਵਾਲੇ, ਕਰਨ ਕਾਰਨ ਸਮਰੱਥ ਹੈ। ਤੋ ਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀਆਂ ਨੇ ਫਿਰ ਇਹਨਾਂ ਸਤਿਗੁਰੂ ਜੀ ਸਰਬ ਗਿਆਤਾ ਹਨ, ਸਭ ਪਾਸੇ ਦੇ ਘਟ ਘਟ ਕੇ ਅੰਤਰ ਕੀ ਜਾਣਤ, ਸੁਗੜ ਸਰੂਪ ਸ਼੍ਰੇਸ਼ਟ ਜਾਨੀ ਜਾਣ ਹਨ। ਤਿਨ ਬਰਤਨ ਕੋ ਬਾਕ ਬਖਾਨਾ। ਤੇ ਸੱਚੇ ਪਾਤਸ਼ਾਹ ਜੀ ਇਹਨਾਂ ਨੂੰ ਵਰਜਿਆ ਪਿੱਛੇ ਭਾਵੇਂ ਕਹਿੰਦੇ ਨਾ ਅਸੀਂ ਬੰਨ ਲੈਣਾ ਜੇ ਇੱਥੋਂ ਜਾਣ ਦੀ ਕੋਸ਼ਿਸ਼ ਕਰੇਗਾ, ਜੇ ਗਿਆ ਤੇ ਟੱਬਰ ਨਾਲ ਤੋਰਾਂਗੇ। ਸਤਿਗੁਰੂ ਜੀ ਇਹਨਾਂ ਨੂੰ ਰੋਕਣ ਵਾਸਤੇ, ਵਰਜਣ ਵਾਸਤੇ ਇਸ ਤਰ੍ਹਾਂ ਆਖਿਆ ਹੈ। ਜੋ ਮਰ ਗਇਓ ਸੰਬੰਧ ਤਿਹਾਰੋ। ਮਹਾਰਾਜ ਕਹਿੰਦੇ ਭਾਈ ਜਿਹੜਾ ਸੰਬੰਧੀ ਤੁਸੀਂ ਕਹਿੰਦੇ ਹੋ ਮਰ ਗਿਆ ਸੀ, ਤੁਹਾਡਾ ਬਾਪ ਪਿਤਾ ਪਿੱਛੇ ਚੜ੍ਹਾਈ ਕਰ ਗਿਆ ਸੀ, ਜਹ ਗਾਡਿਓ ਸੋ ਕਬਰ ਨਿਹਾਰੋ। ਤੇ ਅਜੇ ਰਾਤ ਹੀ ਕੱਲ ਹੀ ਚੜ੍ਹਾਈ ਕੀਤਾ ਹੈ ਨਾ, ਤੇ ਤੁਸੀਂ ਕਬਰ ਪੁੱਟ ਕੇ ਵੇਖ ਲਓ ਵੀ ਉੱਥੇ ਹੈ ਕਿ ਨਹੀਂ ਹੈ। ਇੱਥੋਂ ਪਤਾ ਲੱਗ ਜਾਵੇਗਾ ਵੀ ਇਹ ਉਹੀ ਹੈ ਕਿ ਹੋਰ ਹੈ। ਕਬਰ ਉਹਦੀ ਪੁੱਟੋ ਕਿੱਥੇ ਹੈ। ਜਿਸ ਮਹਿ ਮੁਰਦਾ ਹੋਏ ਜੇ ਆਨੋ। ਤੇ ਜੇ ਉਹਦੇ ਵਿੱਚ ਮੁਰਦਾ ਹੋਇਆ ਤੇ ਫਿਰ ਜਾਣ ਲੈਣਾ ਵੀ ਇਹ ਰਾਜਾ ਹੈ, ਤੁਹਾਡਾ ਕੁਝ ਨਹੀਂ ਲੱਗਦਾ। ਜੇ ਉੱਥੇ ਕੋਈ ਮੁਰਦਾ ਹੋਇਆ ਤੇ ਜਾਣ ਲੈਣਾ ਵੀ ਇਹ ਰਾਜਾ ਹੀ ਹੈ, ਤੁਹਾਡਾ ਜਿਹੜਾ ਉਹ ਸੰਬੰਧੀ ਹੈ, ਕੋਈ ਬਾਪ ਦਾਦਾ ਹੈ, ਉਹ ਤਾਂ ਚੜ੍ਹਾਈ ਕੀਤਾ ਕਬਰ ਵਿੱਚ ਪਿਆ ਹੋਇਆ ਹੋਵੇਗਾ। ਤੇ ਜੇ ਨਾ ਹੋਇਆ ਫਿਰ ਤਾਂ ਭਾਈ ਇਹੀ ਤੁਹਾਡਾ ਲੱਗਦਾ ਹੋਵੇਗਾ, ਸਾਰਾ ਕੁਝ ਅਸੀਂ ਮੰਨ ਲਵਾਂਗੇ। ਇਸ ਤਰ੍ਹਾਂ ਸਤਿਗੁਰਾਂ ਸਮਝਾਇਆ ਹੈ। ਤਾ ਤੁਮਰੋ ਇਹੋ ਨਹੀਂ ਪਛਾਨੋ। ਤੇ ਜੇ ਉੱਥੇ ਹੋਇਆ ਤੇ ਫਿਰ ਜਾਣ ਲੈਣਾ ਵੀ ਇਹ ਤੁਹਾਡਾ ਨਹੀਂ ਹੈ, ਇਹ ਤਾਂ ਰਾਜਾ ਹੈ ਮੰਡੀ ਸ਼ਹਿਰ ਨਗਰ ਦਾ। ਜੇ ਨਹਿ ਤਹਾਂ ਨਿਹਾਰੋ ਸੋਏ। ਤੇ ਜੇ ਉੱਥੇ ਤੁਸੀਂ ਨਾ ਵੇਖਿਆ ਉਸ ਦੱਬੇ ਹੋਏ ਬਜ਼ੁਰਗ ਦੀ ਲਾਸ਼ ਨੂੰ, ਤਾ ਕਹਿ ਬੋ ਤੁਮਰੋ ਸੱਚ ਹੋਏ। ਤੇ ਤਾਂ ਫਿਰ ਭਾਈ ਤੁਹਾਡਾ ਕਿਹਾ ਹੋਇਆ ਸੱਚ ਹੋਵੇਗਾ, ਸੱਚੀ ਤੁਹਾਡਾ ਹੀ ਕੁਝ ਲੱਗਦਾ ਹੋਵੇਗਾ ਤੇ ਦੌੜ ਕੇ ਹੀ ਰਾਜਾ ਬਣਦਾ ਫਿਰਦਾ ਆਪਦੇ ਆਪ। ਇਹ ਤੁਹਾਡੇ 'ਚ ਹੀ ਰਿਹਾ ਹੋਵੇਗਾ, ਤੁਹਾਡਾ ਹੀ ਰਿਸ਼ਤੇਦਾਰ ਸੰਬੰਧੀ ਪਿਓ ਦਾਦਾ ਹੋਵੇਗਾ। ਪਰ ਜੇ ਉੱਥੇ ਨਿਕਲਿਆ ਕੁਝ ਤੇ ਫਿਰ ਇਹ ਭਾਈ ਰਾਜਾ ਹੈ ਮੰਡੀ ਦਾ, ਇਹ ਨਿਰਣਾ ਹੋ ਜਾਵੇਗਾ। ਸੁਨ ਕੈ ਬਾਕ ਸਭ ਨਹੀਂ ਮਾਨੇ। ਤੇ ਉਹ ਪਿੰਡ ਵਾਲਿਆਂ ਸੁਣ ਕੇ ਆਖਿਆ ਵੀ ਗੱਲ ਤਾਂ ਠੀਕ ਹੈ, ਵੀ ਜੇ ਇਹ ਹੋ ਰਿਹਾ ਹੈ ਤੇ ਫਿਰ ਕਬਰ ਵਿੱਚ ਵੀ ਹੋਵੇਗਾ ਇਹਦੇ ਵਰਗਾ ਹੀ ਚਿਹਰੇ ਵਾਲਾ। ਤੇ ਮੰਨ ਗਏ ਸੱਚੇ ਪਾਤਸ਼ਾਹ ਜੀਆਂ ਦੀ ਗੱਲ ਵੀ ਹਾਂ ਮਹਾਰਾਜ ਤੁਸਾਂ ਸੱਚਾ ਬਚਨ ਆਖਿਆ ਹੈ, ਇਸ ਤਰ੍ਹਾਂ ਪਰਖ ਹੋ ਜਾਵੇਗੀ। ਇਹੋ ਤੁਮ ਆਛੀ ਰੀਤ ਬਖਾਨੇ। ਤੁਸਾਂ ਇਹ ਚੰਗੀ ਗੱਲ ਆਖੀ ਹੈ ਵੀ ਇਹੀ ਵਿਧੀ ਠੀਕ ਹੈ ਪਰਖ ਕਰਨ ਵਾਸਤੇ। ਗਨ ਚੰਡਾਲ ਖੋਦ ਤਿਸ ਬੇਰਾ। ਤੇ ਜਿੰਨੇ ਫਿਰ ਉਹ ਹੈ ਉਹ ਚੰਡਾਲ ਜਿਹੜੇ ਸਾਰੇ ਹੀ ਲੱਗ ਪਏ ਆ ਕਬਰ ਪੱਟਣ ਵਾਸਤੇ, ਕਬਰ ਖੋਦਣੀ ਸ਼ੁਰੂ ਕਰ ਦਿੱਤੀ ਹੈ। ਦਫਨਿਓ ਮੁਰਦਾ ਤਹਾਂ ਸੁਹੇਰਾ। ਤੇ ਜਦੋਂ ਪੁੱਟੀ ਕਬਰ ਤੇ ਉਹ ਬਜ਼ੁਰਗ ਜਿਹੜਾ ਇਹਨਾਂ ਰਾਤ ਦੱਬਿਆ ਸੀ ਚੜ੍ਹਾਈ ਕੀਤਾ ਉੱਥੇ ਹੀ ਉਸੇ ਤਰ੍ਹਾਂ ਉਹਦੀ ਲਾਸ਼ ਕਬਰ ਵਿੱਚ ਪਈ ਵੇਖੀ ਹੈ। ਤਬ ਚੰਡਾਲ ਸਕਲ ਬਿਸਮਾਏ। ਤੇ ਜਿਹੜੇ ਪੁੱਟਦੇ ਕਬਰ ਪਿੰਡ ਵਾਲੇ ਦਾ ਟੱਬਰ ਰਾਜੇ ਦਾ ਸੁਪਨੇ ਵਾਲਾ, ਉਹ ਚੰਡਾਲ ਜਿਹੜੇ ਸਾਰੇ ਹੀ ਵੇਖ ਕੇ ਬਹੁਤ ਹੈਰਾਨ ਹੁੰਦੇ ਹਨ। ਬਾਹਰ ਕਹਿਨ ਕਿਛ ਨਿਕਟ ਨ ਆਏ। ਤੇ ਫੇਰ ਕੋਈ ਲਾਗੇ ਨਹੀਂ ਆਇਆ, ਸਭ ਘਰਾਂ ਨੂੰ ਵਾਪਸ ਗਏ ਐ। ਭੂਪਤ ਕਉ ਚੜਾਏ ਕਰ ਚਾਲੇ। ਸੱਚੇ ਪਾਤਸ਼ਾਹ ਜੀ ਰਾਜੇ ਦੀ ਗੈਲ ਛਡਾਈ ਇਹਨਾਂ ਤੋਂ, ਚੜਾ ਕੇ ਘੋੜੇ ਤੇ ਮਹਾਰਾਜ ਤੇ ਅੰਮ੍ਰਿਤਸਰ ਨੂੰ ਲੈ ਆਏ ਹਨ। ਆਪਨ ਪੁਰੀ ਕਾ ਪੰਥ ਸੰਭਾਲੇ। ਅੰਮ੍ਰਿਤਸਰ ਸਾਹਿਬ ਦੇ ਰਸਤੇ ਤੇ ਰਾਜੇ ਸਮੇਤ ਸੱਚੇ ਪਾਤਸ਼ਾਹ ਜੀ ਪੈ ਗਏ ਐ। ਸੰਧਿਆ ਲਾ ਚਲ ਕਰਤ ਹੈ ਆਏ। ਜਿੰਨੇ ਸਮੇਂ ਨੂੰ ਕੋਈ ਸੰਧਿਆ ਹੁੰਦੀ ਹੈ, ਸ਼ਾਮ ਤੀਕਰ ਸੱਚੇ ਪਾਤਸ਼ਾਹ ਜੀ ਸੈਨਾ ਫੌਜਾਂ ਸਮੇਤ ਰਾਜੇ ਸਮੇਤ ਅੰਮ੍ਰਿਤਸਰ ਪਹੁੰਚ ਗਏ ਐ।